ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਕਲਟੀਵੇਸ਼ਨ ਆਫ ਮਾਈਂਡ 'ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਲੈਕਚਰ ਨੰਬਰ ਸਾਡਾ 5th ਚੈਪਟਰ ਸਾਡਾ ਚੱਲ ਰਿਹਾ ਲਿਮਿਟ ਐਂਡ ਕੰਟੀਨਿਊਟੀ। ਅੱਜ ਦਾ ਟੌਪਿਕ ਹੈ ਲਿਮਿਟ ਐਟ ਇਨਫਿਨਿਟੀ। ਹੁਣ ਤੱਕ ਅਸੀਂ ਫਾਈਂਡ ਆਊਟ ਕੀਤੀ ਹੈ ਲਿਮਿਟ x ਅਪਰੋਚਿਸ ਟੂ a f ਆਫ x। ਕੋਈ ਸਾਡੇ ਕੋਲ ਫੰਕਸ਼ਨ ਹੁੰਦਾ ਜਿਸ ਦੀ ਅਸੀਂ ਲਿਮਿਟ ਫਾਈਂਡ ਆਊਟ ਕਰਦੇ ਹਾਂ। x ਜਦੋਂ ਅਪਰੋਚ ਕਰਦਾ ਹੈ a ਨੂੰ, ਇਹ ਆਪਾਂ ਕੋਈ ਫਾਈਨਾਈਟ ਨੰਬਰ ਹਮੇਸ਼ਾ ਮੰਨਦੇ ਆ ਰਹੇ ਸੀ, ਪਰ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜਾ ਹੈ x ਉਹ ਅਪਰੋਚ ਕਰ ਰਿਹਾ ਵੈਰੀ ਲਾਰਜ ਵੈਲਿਊ ਨੂੰ, ਜਿਸ ਨੂੰ ਅਸੀਂ ਇਨਫਿਨਿਟੀ ਦੇ ਨਾਲ ਰਿਪਰੈਜ਼ੈਂਟ ਕੀਤਾ। ਅਸੀਂ ਕਿਹਾ ਵੀ x ਜਦੋਂ ਇਨਫਿਨਿਟੀ ਨੂੰ ਅਪਰੋਚ ਕਰੂਗਾ ਉਦੋਂ ਫੰਕਸ਼ਨ ਦੀ ਜਿਹੜੀ ਲਿਮਿਟ ਹੋਊਗੀ ਉਹਦੇ ਬਾਰੇ ਅਸੀਂ ਡਿਸਕਸ ਕਰਨਾ ਇਸ ਜਿਹੜੇ ਲੈਕਚਰ ਦੇ ਵਿੱਚ। ਅਤੇ ਅਸੀਂ ਦੇਖਣਾ ਵੀ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ ਲਿਮਿਟ ਫੰਕਸ਼ਨ ਦੀ ਜਦੋਂ x ਅਪਰੋਚ ਕਰੂਗਾ ਇਨਫਿਨਿਟੀ ਨੂੰ। ਰਾਜੇ ਇਹਦੇ ਦੋ ਮੈਥਡ ਨੇ। ਫਸਟ ਮੈਥਡ ਹੈ ਜਿਸ ਦੇ ਵਿੱਚ ਅਸੀਂ ਸਟੈਂਡਰਡ ਪ੍ਰੋਸੀਜਰ ਫੋਲੋ ਕਰਾਂਗੇ। ਸਟੈਂਡਰਡ ਪ੍ਰੋਸੀਜਰ ਜਿਹੜਾ ਹੈ ਬਹੁਤ ਜ਼ਰੂਰੀ ਹੈ ਤੁਹਾਡੀ ਕਨਸੈਪਟ ਕਲੀਅਰੈਂਸ ਲਈ, ਤਾਂ ਕਿ ਜਦੋਂ ਤੁਸੀਂ ਗਾਂ ਬੱਚਿਆਂ ਨੂੰ ਪੜ੍ਹਾਉਣਾ ਤਾਂ ਤੁਹਾਨੂੰ ਸਟੈਂਡਰਡ ਪ੍ਰੋਸੀਜਰ ਆਉਣਾ ਚਾਹੀਦਾ। ਉੱਥੇ ਬੱਚਿਆਂ ਨੂੰ ਅਸੀਂ ਸ਼ਾਰਟਕਟ ਦੇ ਨਾਲ ਨਹੀਂ ਪੜ੍ਹਾ ਸਕਦੇ। ਸੈਕਿੰਡ ਮੈਥਡ ਹੈ ਜੋ ਅਸੀਂ ਯੂਜ਼ ਕਰਾਂਗੇ MCQs ਨੂੰ ਸੋਲਵ ਕਰਨ ਲਈ ਐਗਜ਼ਾਮ ਦੇ ਵਿੱਚ, ਸਾਡਾ ਸ਼ਾਰਟਕਟ ਮੈਥਡ। ਸ਼ਾਰਟਕਟ ਮੈਥਡ ਦੇ ਨਾਲ ਕਈ ਕੁਐਸਚਨ ਇਹੋ ਜਿਹੇ ਨੇ ਕਿ ਤੁਹਾਨੂੰ ਪੈਨ ਚੱਕਣ ਦੀ ਵੀ ਜ਼ਰੂਰਤ ਨਹੀਂ ਪੈਣੀ, ਆਨਸਰ ਤੁਹਾਡਾ ਆ ਜਾਊਗਾ। ਤਾਂ ਸਭ ਤੋਂ ਪਹਿਲਾਂ ਸਟੈਂਡਰਡ ਪ੍ਰੋਸੀਜਰ ਸਮਝ ਲੈਂਦੇ ਹਾਂ। ਜਿਹੜਾ ਸਾਨੂੰ ਫੰਕਸ਼ਨ ਗਿਵਨ ਹੋਊਗਾ ਰਾਜੇ ਉਹ ਆਪਣੇ ਕੋਲ px/qx ਫਾਰਮ ਦੇ ਵਿੱਚ ਹੋਣਾ ਚਾਹੀਦਾ। ਕਹਿਣ ਦਾ ਮਤਲਬ ਰੈਡੀਕਲ ਫਾਰਮ ਦੇ ਵਿੱਚ ਹੋਣਾ ਚਾਹੀਦਾ ਸਾਡਾ ਫੰਕਸ਼ਨ, ਰੈਸ਼ਨਲ ਫਾਰਮ ਦੇ ਵਿੱਚ ਹੋਣਾ ਚਾਹੀਦਾ ਸਾਡਾ ਫੰਕਸ਼ਨ। ਅਗਰ ਨਹੀਂ ਹੈ ਤਾਂ ਉਸਨੂੰ ਬਣਾ ਲਓ। ਇੱਕ ਸਾਡੇ ਕੋਲ ਫਾਰਮ ਆਊਗੀ px-qx ਦੀ ਫਾਰਮ। ਇਸ ਨੂੰ ਅਸੀਂ ਰੈਸ਼ਨਲਾਈਜ਼ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ px/qx ਫਾਰਮ ਦੇ ਵਿੱਚ ਕਨਵਰਟ ਕਰਨਾ ਹੈ। ਉਸ ਕੇਸ ਦੇ ਵਿੱਚ ਵੀ ਅਸੀਂ ਇਸੇ ਮੈਥਡ ਨੂੰ ਯੂਜ਼ ਕਰਾਂਗੇ। ਲੇਕਿਨ ਸ਼ਰਤ ਕੀ ਹੈ ਕਿ x ਜਿਹੜਾ ਅਪਰੋਚ ਕਰਨਾ ਚਾਹੀਦਾ ਇਨਫਿਨਿਟੀ ਨੂੰ। ਸਾਡੀ x ਦੀ ਵੈਲਿਊ ਜਿਹੜੀ ਹੈ ਉਹ ਇੰਨੀ ਜ਼ਿਆਦਾ ਹਾਈ ਹੈ ਜਿਸ ਨੂੰ ਅਸੀਂ ਇਨਫਿਨਿਟੀ ਸਪੋਜ਼ ਕੀਤਾ। ਅਸੀਂ ਕਿਹਾ ਵੀ ਫੰਕਸ਼ਨ ਜਿਹੜਾ f(x) ਹੈ ਜਦੋਂ ਲਿਮਿਟ x ਅਪਰੋਚ ਕਰੂਗੀ ਇਨਫਿਨਿਟੀ ਨੂੰ ਤਾਂ ਉਸ ਕੇਸ ਦੇ ਵਿੱਚ ਅਸੀਂ ਦੋ ਸਟੈਪਸ ਦੇ ਵਿੱਚ ਇਸ ਨੂੰ ਕੁਐਸਚਨ ਨੂੰ ਪਹਿਲਾਂ ਅਰੇਂਜ ਕਰਾਂਗੇ। ਸਭ ਤੋਂ ਪਹਿਲਾਂ ਅਰੇਂਜਮੈਂਟ ਕੀ ਹੈ ਵੀ ਫੰਕਸ਼ਨ ਜਿਹੜਾ ਸਾਡਾ px/qx ਫਾਰਮ ਦੇ ਵਿੱਚ ਹੋਣਾ ਚਾਹੀਦਾ। ਸੈਕਿੰਡ ਕੀ ਹੈ ਰਾਜੇ ਕਿ ਕਿਸ ਤਰ੍ਹਾਂ ਫਾਈਂਡ ਆਊਟ ਕਰਨੀ ਹੈ। ਜਿਹੜਾ ਨਿਊਮੀਨੇਟਰ ਹੈ ਅਤੇ ਡਿਨੋਮੀਨੇਟਰ ਹੈ ਉਹਨੂੰ ਡਿਵਾਈਡ ਕਰ ਦੇਣਾ ਹਾਈਐਸਟ ਪਾਵਰ ਆਫ x ਦੇ ਨਾਲ। ਐਗਜ਼ਾਮਪਲ ਦੇ ਨਾਲ ਇਸ ਪੂਰੇ ਪ੍ਰੋਸੀਜਰ ਨੂੰ ਸਮਝਦੇ ਹਾਂ। ਹਾਲਾਂਕਿ ਇਹ ਪ੍ਰੋਸੀਜਰ ਅਸੀਂ ਐਗਜ਼ਾਮ ਦੇ ਵਿੱਚ ਨਹੀਂ ਕਰਨਾ, ਲੇਕਿਨ ਹੋ ਸਕਦਾ ਤੁਸੀਂ ਉੱਥੇ ਸ਼ਾਰਟਕਟ ਭੁੱਲ ਜਾਓ। ਫਿਰ ਤੁਸੀਂ ਰਾਜੇ ਕਿਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਉੱਥੇ ਸਟੈਂਡਰਡ ਪ੍ਰੋਸੀਜਰ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਜਿਹੜਾ ਸੋਲਵ ਕਰ ਸਕਦੇ ਹਾਂ। ਫਸਟ ਐਗਜ਼ਾਮਪਲ ਆ ਸਾਡੇ ਕੋਲ ਲਿਮਿਟ x ਅਪਰੋਚਿਸ ਟੂ ਇਨਫਿਨਿਟੀ 1 + 2 + 3 ਅਪ ਟੂ ਸੋ ਐਨ x ਡਿਵਾਈਡਡ ਬਾਈ x² + 10। ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਸਮ ਆਫ x ਟਰਮਸ ਉਹ ਕਿਹਦੇ ਬਰਾਬਰ ਹੁੰਦਾ ਹੈ x + 1 ਡਿਵਾਈਡਡ ਬਾਈ 2 ਦੇ, ਅਤੇ ਨੀਚੇ ਕਿੰਨਾ ਆ ਜਾਊਗਾ x² + 10। ਅਤੇ ਲਿਮਿਟ ਜਿਹੜੀ ਹੈ ਆਪਣੇ ਕੋਲ x ਅਪਰੋਚ ਟੂ ਇਨਫਿਨਿਟੀ। ਹੁਣ ਆਪਣੇ ਕੋਲ ਰਾਜੇ ਇਹਨੂੰ ਥੋੜ੍ਹਾ ਰੀਅਰੇਂਜ ਕਰਕੇ ਲਿਖਦੇ ਹਾਂ ਅਤੇ ਅਸੀਂ ਚੈੱਕ ਕਰਦੇ ਹਾਂ ਵੀ ਸਾਡੇ ਕੋਲ px/qx ਫਾਰਮ ਦੇ ਵਿੱਚ ਕੁਐਸਚਨ ਬਣ ਰਿਹਾ 2x² + 10। ਹੁਣ ਅਸੀਂ ਦੇਖਣਾ ਵੀ ਸਾਡੇ ਕੋਲ ਜਿਹੜੀ ਹਾਈਐਸਟ ਪਾਵਰ ਹੈ x ਦੀ ਉਹ ਕਿੰਨੀ ਆ ਰਹੀ ਹੈ। ਉੱਪਰ ਅਸੀਂ ਅਗਰ ਇਹਨੂੰ ਹੋਰ ਥੋੜ੍ਹਾ ਸਿੰਪਲੀਫਾਈ ਕਰੀਏ ਤਾਂ x ਅਪਰੋਚਿਸ ਟੂ ਇਨਫਿਨਿਟੀ x² + x ਨੀਚੇ ਆ ਜਾਊ 2x² + 10। ਤਾਂ ਹਾਈਐਸਟ ਪਾਵਰ ਸਾਡੇ ਕੋਲ ਕਿੰਨੀ ਆ ਰਹੀ ਹੈ 2 ਆ ਰਹੀ ਹੈ। ਤਾਂ x² ਨਾਲ ਅਸੀਂ ਕੀ ਕਰਾਂਗੇ ਨਿਊਮੀਨੇਟਰ ਐਂਡ ਡਿਨੋਮੀਨੇਟਰ ਨੂੰ ਕੀ ਕਰ ਦਾਂਗੇ ਡਿਵਾਈਡ ਕਰ ਦਾਂਗੇ। ਤਾਂ ਸਾਡੇ ਕੋਲ ਲਿਮਿਟ x ਅਪਰੋਚਿਸ ਟੂ ਇਨਫਿਨਿਟੀ ਆ ਜਾਊਗਾ 1 + 1/x ਨੀਚੇ ਆ ਜੂ ਸਾਡੇ ਕੋਲ 2 + 10/x² ਦੇ। ਇੱਥੇ ਰਾਜੇ 20 ਆਊਗਾ ਕਿਉਂਕਿ 2 ਨੂੰ 10 ਨਾਲ ਮਲਟੀਪਲਾਈ ਕੀਤਾ ਸੀਗਾ ਅਸੀਂ, ਤਾਂ ਇੱਥੇ ਵੀ ਆਪਣੇ ਕੋਲ ਕਿੰਨਾ ਆ ਜਾਊਗਾ 20 ਆਊਗਾ। ਹੁਣ ਅਸੀਂ ਜਦੋਂ ਲਿਮਿਟ ਸਬਸਟੀਟਿਊਟ ਕਰਾਂਗੇ ਤਾਂ ਸਾਡੇ ਕੋਲ 1 + 0/2 + 0 ਬਚੂਗਾ, ਜਿਸ ਦਾ ਆਨਸਰ ਆ ਗਿਆ 1/2। ਤਾਂ ਇਸ ਤਰ੍ਹਾਂ ਅਸੀਂ ਸਟੈਂਡਰਡ ਪ੍ਰੋਸੀਜਰ ਦੇ ਨਾਲ ਫਾਈਂਡ ਆਊਟ ਕਰ ਸਕਦੇ ਹਾਂ ਕਿਸੇ ਵੀ ਫੰਕਸ਼ਨ ਦੀ ਲਿਮਿਟ ਜੋ px/qx ਫਾਰਮ ਦੇ ਵਿੱਚ ਗਿਵਨ ਹੈ। ਅੱਗੇ ਵਧਦੇ ਹਾਂ ਸਾਡੇ ਕੋਲ ਸ਼ਾਰਟਕਟ ਵੱਲ। ਸ਼ਾਰਟਕਟ ਰਿਕਮੈਂਡਡ ਮੈਥਡ ਹੈ, ਤੁਸੀਂ ਇਹਨੂੰ ਯੂਜ਼ ਕਰਨਾ ਐਗਜ਼ਾਮ ਦੇ ਵਿੱਚ, ਕਿਉਂਕਿ ਇਹਦੇ ਨਾਲ ਜਿਹੜਾ ਕੁਐਸਚਨ ਹੈ ਬਹੁਤ ਈਜ਼ੀ ਸੋਲਵ ਹੋ ਜਾਂਦਾ ਹੈ। ਸਾਡੇ ਕੋਲ ਜਿਹੜੀ ਕੁਐਸਚਨ ਦੀ ਗੱਲ ਕਰੀਏ ਤਾਂ ਕੁਐਸਚਨ ਦੀਆਂ ਡਿਫਰੈਂਟ ਟਾਈਪਸ ਨੇ। ਉਹਨੂੰ ਮੈਂ ਕੈਟੇਗਰਾਈਜ਼ ਕੀਤਾ 3 ਕੈਟੇਗਰੀ ਦੇ ਵਿੱਚ। ਪਹਿਲੀ ਟਾਈਪ ਹੈ ਜੇ ਜਦੋਂ ਡਿਗਰੀ ਆਫ ਨਿਊਮੀਨੇਟਰ ਇਜ਼ ਮੋਰ, ਕਹਿੰਦੇ ਜਦੋਂ ਨਿਊਮੀਨੇਟਰ ਦੀ ਡਿਗਰੀ ਜ਼ਿਆਦਾ ਹੈ ਡਿਨੋਮੀਨੇਟਰ ਨਾਲੋਂ ਤਾਂ ਉਹਦਾ ਡਾਇਰੈਕਟ ਆਨਸਰ ਆ ਜਾਊਗਾ ਇਨਫਿਨਿਟੀ। ਐਗਜ਼ਾਮਪਲ ਜਿਹੜੀਆਂ ਮੈਂ ਅੱਗੇ ਡਿਸਕਸ ਕਰਾਂਗੇ, ਇੱਥੇ ਮੈਂ ਐਗਜ਼ਾਮਪਲ ਤੁਹਾਨੂੰ ਛੋਟੀ ਜਿਹੀ ਦੇ ਕੇ ਦਿਖਾਉਣਾ ਵੀ ਕਿਸ ਤਰ੍ਹਾਂ ਜਿਹੜਾ ਹੈ ਕੁਐਸਚਨ ਨੂੰ ਡਾਇਰੈਕਟ ਸ਼ਾਰਟਕਟ ਨਾਲ ਸੋਲਵ ਕਰ ਸਕਦੇ ਹਾਂ ਜਦੋਂ ਡਿਗਰੀ ਆਫ ਨਿਊਮੀਨੇਟਰ ਇਜ਼ ਗ੍ਰੇਟਰ ਦੈਨ ਜਾਂ ਫਿਰ ਜ਼ਿਆਦਾ ਹੋਵੇ ਡਿਨੋਮੀਨੇਟਰ ਦੇ ਨਾਲੋਂ। ਐਗਜ਼ਾਮਪਲ ਆ ਸਾਡੇ ਕੋਲ ਕਹਿੰਦੇ ਲਿਮਿਟ x ਅਪਰੋਚਿਸ ਟੂ ਇਨਫਿਨਿਟੀ x² + 1। ਇੱਦਾਂ ਦਾ ਸਿੰਪਲ ਕੁਐਸਚਨ ਅਸੀਂ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਥੋੜ੍ਹੇ ਜਿਹੇ ਕੰਪਲੀਕੇਟਡ ਕੁਐਸਚਨ ਵੀ ਦੇਖਾਂਗੇ।
ਰਜੇ ਦੇਖੋ ਇਹ ਸ਼ਰਤ ਜਿਹੜੀ ਸਭ ਤੋਂ ਪਹਿਲਾਂ ਪੂਰੀ ਹੋਣੀ ਚਾਹੀਦੀ ਵੀ x ਇਨਫਿਨਿਟੀ ਨੂੰ ਅਪਰੋਚ ਕਰ ਰਿਹਾ। ਉਸ ਤੋਂ ਬਾਅਦ ਅਸੀਂ ਦੇਖਣਾ ਵੀ px ਅਪੋਨ qx ਫਾਰਮ ਦੇ ਵਿੱਚ ਸਾਡਾ ਫੰਕਸ਼ਨ ਹੋਣਾ ਚਾਹੀਦਾ। ਦੋਨੇ ਚੀਜ਼ਾਂ ਸੈਟੀਸਫਾਈ ਹੋ ਰਹੀਆਂ ਨੇ ਸਾਡੀਆਂ, ਠੀਕ ਹੈ ਜੀ। ਨੈਕਸਟ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਚੈੱਕ ਕਰਾਂਗੇ ਵੀ ਕਿਹੜੀ ਟਾਈਪ ਹੈ। ਡਿਗਰੀ ਆਫ ਨਿਊਮੀਨੇਟਰ ਇਜ਼ ਗ੍ਰੇਟਰ ਦੈਨ ਡਿਗਰੀ ਆਫ ਡਿਨੋਮੀਨੇਟਰ, ਇਹ ਚੀਜ਼ ਸਾਡੀ ਫੁੱਲਫਿਲ ਹੋ ਰਹੀ ਹੈ। ਤਾਂ ਕਹਿੰਦੇ ਇਹਦਾ ਡਾਇਰੈਕਟ ਆਨਸਰ ਕਿੰਨਾ ਆ ਗਿਆ, ਇਨਫਿਨਿਟੀ, ਕਿਉਂਕਿ ਉੱਪਰ ਐਕਸ ਸਕੁਅਰ ਹੈ ਨੀਚੇ ਐਕਸ ਹੈ। ਹੁਣ ਆਪਾਂ ਦੇਖਦੇ ਹਾਂ ਵੀ ਜੇ ਅਸੀਂ ਡਾਇਰੈਕਟ ਨਾ ਪਤਾ ਲੱਗੇ ਤਾਂ ਕਿਵੇਂ ਸਟੈਂਡਰਡ ਜਿਹੜਾ ਅਸੀਂ ਕੀਤਾ ਸੀਗਾ ਪ੍ਰੋਸੀਜਰ, ਜਿਹੜਾ ਉੱਪਰ ਹੁਣ ਮੈਥਡ 1 ਕੀਤਾ ਸੀ, ਉਹਦੇ ਨਾਲ ਵੀ ਦੇਖਦੇ ਹਾਂ ਵੀ ਆਨਸਰ ਕਿੰਨਾ ਆ ਰਿਹਾ। ਸਭ ਤੋਂ ਪਹਿਲਾਂ ਅਸੀਂ ਚੈੱਕ ਕਰਾਂਗੇ ਵੀ ਹਾਈਐਸਟ ਡਿਗਰੀ ਪਾਵਰ ਕਿੰਨੀ ਹੈ, ਉਹ ਹੈ ਐਕਸ ਸਕੁਅਰ। ਤਾਂ ਐਕਸ ਸਕੁਅਰ ਨਾਲ ਅਸੀਂ ਨਿਊਮੀਨੇਟਰ ਅਤੇ ਡਿਨੋਮੀਨੇਟਰ ਨੂੰ ਡਿਵਾਈਡ ਕਰ ਦਾਂਗੇ। ਤਾਂ ਸਾਡੇ ਕੋਲ ਆਜੂ 1 ਅਪੋਨ x ਪਲਸ 1 ਅਪੋਨ ਐਕਸ ਸਕੁਅਰ। ਇਹ ਅਗਰ ਜੇ 1 ਅਪੋਨ ਜਦੋਂ ਆਪਾਂ ਲਿਮਿਟ ਪੁੱਟ ਕਰ ਦਾਂਗੇ ਇਨਫਿਨਿਟੀ, ਤਾਂ 1 ਅਪੋਨ ਇਨਫਿਨਿਟੀ ਸਾਡੇ ਕੋਲ 0 ਬਣ ਜਾਊਗਾ, ਇੱਥੇ ਵੀ 0 ਬਣ ਜੂ, ਅਤੇ ਇਹ ਬਣ ਜੂ 1 ਅਪੋਨ 0। ਤਾਂ ਆਪਣੀ ਲਿਮਿਟ ਕਿੰਨੀ ਆ ਗਈ, ਇਨਫਿਨਿਟੀ ਆ ਗਈ। ਤਾਂ ਇੱਥੇ ਜਿਹੜਾ ਹੈ ਆਹ ਅਸੀਂ ਕੀਤਾ ਸਟੈਂਡਰਡ ਪ੍ਰੋਸੀਜਰ ਦੇ ਨਾਲ, ਪਹਿਲੇ ਮੈਥਡ ਦੇ ਨਾਲ, ਅਤੇ ਡਾਇਰੈਕਟ ਆਨਸਰ ਅਸੀਂ ਲਿਖਿਆ ਸ਼ਾਰਟਕਟ ਦੇ ਨਾਲ। ਤਾਂ ਤੁਸੀਂ ਦੇਖੋ ਸਾਡੇ ਸਟੈਪਸ ਕਿੰਨੇ ਬਚ ਰਹੇ ਨੇ। ਇਹ ਅਸੀਂ ਸ਼ਾਰਟਕਟ ਯੂਜ਼ ਕਰਕੇ ਲਿਖਿਆ, ਇਹ ਅਸੀਂ ਜਿਹੜਾ ਸਟੈਂਡਰਡ ਪ੍ਰੋਸੀਜਰ ਮੈਥਡ 1 ਨਾਲ ਲਿਖਿਆ, ਇਹ ਮੈਥਡ ਸਾਡੇ ਕੋਲ 2 ਆ ਗਿਆ। ਹੁਣ ਤੁਸੀਂ ਦੇਖੋ ਰਾਜੇ ਕਿ ਕੀ ਅਸੀਂ ਯਾਦ ਰੱਖ ਪਾਵਾਂਗੇ ਇਸ ਟਾਈਪ 1 ਦੀ ਜਿਹੜੀ ਇਹ ਗੱਲ, ਜਿਹੜੀ ਆਪਣੇ ਕੋਲ ਕੰਡੀਸ਼ਨ ਹੈ ਵੀ ਜਦੋਂ ਸਾਡੇ ਕੋਲ ਨਿਊਮੀਨੇਟਰ ਦੀ ਜਿਹੜੀ ਡਿਗਰੀ ਹੈ ਸਾਡੇ ਕੋਲ ਉਹ ਗ੍ਰੇਟਰ ਆ ਜਾਊਗੀ ਡਿਨੋਮੀਨੇਟਰ ਦੇ ਨਾਲੋਂ, ਤਾਂ ਅਸੀਂ ਆਨਸਰ ਜਿਹੜਾ ਹੈ ਉੱਥੇ ਇਨਫਿਨਿਟੀ ਲਿਖ ਦੇਣਾ। ਸੈਕਿੰਡ ਸਾਡੇ ਕੋਲ ਟਾਈਪ ਕਿਹੜੀ ਹੈ, ਕਹਿੰਦੇ ਜਦੋਂ ਡਿਗਰੀ ਆਫ ਡਿਨੋਮੀਨੇਟਰ, ਜਾਂ ਆਪਾਂ ਗੱਲ ਕਹੀਏ QX ਹੈ ਨਾ, ਕਿਉਂਕਿ ਇਸੇ ਫੰਕਸ਼ਨ ਨੂੰ PX ਅਪੋਨ QX ਫਾਰਮ ਦੇ ਵਿੱਚ ਲਿਖਦੇ ਹਾਂ। ਜਦੋਂ ਡਿਗਰੀ ਆਫ ਡਿਨੋਮੀਨੇਟਰ ਇਜ਼ ਗ੍ਰੇਟਰ ਦੈਨ ਦਾ ਡਿਗਰੀ ਆਫ ਨਿਊਮੀਨੇਟਰ, ਦੈਨ ਦਾ ਡਾਇਰੈਕਟ ਆਨਸਰ ਵਿਲ ਬੀ 0। ਤਾਂ ਡਾਇਰੈਕਟ ਆਨਸਰ 0 ਆਊਗਾ। ਇੱਕ ਸਿੰਪਲ ਐਗਜ਼ਾਮਪਲ ਲੈਂਦੇ ਹਾਂ, ਕਹਿੰਦੇ ਲਿਮਿਟ x ਅਪਰੋਚਿਸ ਟੂ ਇਨਫਿਨਿਟੀ x ਅਪੋਨ ਐਕਸ ਸਕੁਅਰ ਪਲੱਸ 1। ਇਸ ਕੇਸ ਦੇ ਵਿੱਚ ਸਾਡੇ ਕੋਲ PX x ਹੈ, QX ਸਾਡੇ ਕੋਲ ਦੇ ਰੱਖਿਆ ਐਕਸ ਸਕੁਅਰ ਪਲੱਸ 1। ਤਾਂ ਡਿਗਰੀ ਜਿਹੜੀ ਹੈ ਡਿਨੋਮੀਨੇਟਰ ਦੀ ਜ਼ਿਆਦਾ ਆ ਗਈ। ਇਸ ਕੇਸ 'ਚ ਆਪਣਾ ਆਨਸਰ ਕਿੰਨਾ ਆ ਜਾਊਗਾ, 0 ਆ ਜਾਊਗਾ। ਤਾਂ ਦੇਖੋ ਸਾਨੂੰ ਪੈਨ ਚੱਕਣ ਦੀ ਵੀ ਜ਼ਰੂਰਤ ਨਹੀਂ ਪਈ। ਲੇਕਿਨ ਅਗਰ ਅਸੀਂ ਮੈਥਡ 1 ਦੇ ਨਾਲ ਕਰਾਂਗੇ, ਸਟੈਂਡਰਡ ਪ੍ਰੋਸੀਜਰ ਦੇ ਨਾਲ ਕਰਾਂਗੇ, ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਹੈ ਐਕਸ ਸਕੁਅਰ ਨਾਲ ਨਿਊਮੀਨੇਟਰ ਅਤੇ ਡਿਨੋਮੀਨੇਟਰ ਨੂੰ ਡਿਵਾਈਡ ਕਰਾਂਗੇ। ਤਾਂ ਉੱਪਰ ਕੀ ਬਣ ਜਾਊਗਾ ਆਪਣੇ ਕੋਲ 1 ਅਪੋਨ x, ਨੀਚੇ ਬਣ ਜੂ 1 ਪਲੱਸ 1 ਅਪੋਨ ਐਕਸ ਸਕੁਅਰ। ਲਿਮਿਟ ਪੁੱਟ ਕਰਾਂਗੇ ਇਨਫਿਨਿਟੀ, ਤਾਂ ਆਪਣੇ ਕੋਲ ਬਣ ਜੂ 0 ਅਪੋਨ 1 ਪਲੱਸ 0। ਤਾਂ ਆਨਸਰ ਕਿੰਨਾ ਆ ਗਿਆ ਰੇ, 0 ਅਪੋਨ 1 ਇਜ਼ ਇਕੁਅਲ ਟੂ 0। ਤਾਂ ਤੁਸੀਂ ਦੇਖੋ ਮੈਥਡ 1 ਦੇ ਨਾਲ ਵੀ ਹੋ ਸਕਦਾ ਤੁਹਾਡਾ ਆਨਸਰ ਜਲਦੀ ਆ ਜੇ, ਲੇਕਿਨ ਅਗਰ ਅਸੀਂ ਮੈਥਡ 2 ਦਾ ਯੂਜ਼ ਕਰੀਏ, ਸ਼ਾਰਟਕਟ ਦਾ ਯੂਜ਼ ਕਰੀਏ, ਤਾਂ ਸਾਨੂੰ ਪੈਨ ਚੱਕਣ ਦੀ ਵੀ ਜ਼ਰੂਰਤ ਨਹੀਂ ਹੈ। ਸਾਨੂੰ ਪਤਾ ਹੈ ਵੀ ਡਿਗਰੀ ਚੈੱਕ ਕਰਨੀ ਹੈ ਅਸੀਂ, ਤਾਂ ਬੜਾ ਹੀ ਆਸਾਨ ਹੋ ਜਾਂਦਾ ਰਾਜੇ। ਥਰਡ ਸਾਡੇ ਕੋਲ ਕਿਹੜੀ ਟਾਈਪ ਦੇ ਰੱਖੀ ਹੈ, ਜਦੋਂ ਡਿਗਰੀ ਆਫ ਨਿਊਮੀਨੇਟਰ ਅਤੇ ਡਿਗਰੀ ਆਫ ਡਿਨੋਮੀਨੇਟਰ ਦੋਨੇ ਇਕੁਅਲ ਆ ਜਾਣ, ਤਾਂ ਆਨਸਰ ਕੀ ਹੋਊਗਾ। ਆਨਸਰ ਹੋਊਗਾ ਰਾਜੇ ਕੋਫੀਸ਼ੀਐਂਟ ਆਫ ਹਾਇਰ ਪਾਵਰ ਆਫ x ਇਨ ਨਿਊਮੀਨੇਟਰ, ਕੋਫੀਸ਼ੀਐਂਟ ਆਫ ਹਾਇਰ ਪਾਵਰ ਆਫ ਡਿਨੋਮੀਨੇਟਰ, ਇਹਨਾਂ ਦੋਨਾਂ ਨੂੰ ਡਿਵਾਈਡ ਕਰ ਦੇਣਾ। ਫਸਟ ਕੁਐਸਚਨ ਅਸੀਂ ਕੀਤਾ ਸੀ, ਸਾਡੇ ਕੋਲ ਆਨਸਰ ਆਇਆ ਸੀ 1/2, ਜਿਹੜਾ ਅਸੀਂ ਫਸਟ ਕੁਐਸਚਨ ਕੀਤਾ ਸੀ। ਸਾਡੇ ਕੋਲ ਆਨਸਰ ਆਇਆ ਸੀ 1/2, ਅਤੇ ਸਾਨੂੰ ਇੰਨਾ ਕੁਛ ਸੋਲਵ ਕਰਨਾ ਪਿਆ ਸੀਗਾ ਕਿਉਂਕਿ ਅਸੀਂ ਇੱਥੇ ਪ੍ਰੋਸੀਜਰ ਫੋਲੋ ਕਰ ਰਹੇ ਸੀ। ਲੇਕਿਨ ਇਹੀ ਸੇਮ ਕੁਐਸਚਨ ਮੈਂ ਲਿੱਤਾ ਰਾਜੇ, ਇੱਥੇ ਸਾਨੂੰ ਪਤਾ ਹੈ ਕਿ ਆਪਣੇ ਕੋਲ ਲਿਮਿਟ x ਅਪਰੋਚਿਸ ਟੂ ਇਨਫਿਨਿਟੀ x ਪਲੱਸ 1 ਡਿਵਾਈਡਡ ਬਾਈ 2x ਸਕੁਅਰ ਪਲੱਸ 20 ਬਣਿਆ ਸੀ। ਉੱਪਰ ਮੈਂ ਸਿੰਪਲੀਫਾਈ ਕਰਕੇ ਲਿਖ ਲਾਂ ਤਾਂ ਆਪਣੇ ਕੋਲ x ਸਕੁਅਰ ਪਲੱਸ x ਬਣ ਗਿਆ ਸੀ, ਹੈ ਨਾ, ਇਹੀ ਬਣ ਗਿਆ ਸੀ। ਹੁਣ ਇਸ ਕੇਸ 'ਚ ਦੇਖੋ ਨਿਊਮੀਨੇਟਰ ਦੀ ਜਿਹੜੀ ਆਪਣੇ ਕੋਲ ਡਿਗਰੀ ਹੈ ਉਹ ਵੀ 2 ਹੈ, ਅਤੇ ਡਿਨੋਮੀਨੇਟਰ ਦੀ ਡਿਗਰੀ ਵੀ ਆਪਣੇ ਕੋਲ 2 ਹੈ। ਦੋਨਾਂ ਦੀ ਡਿਗਰੀ ਸੇਮ ਹੈ, ਪਾਵਰ ਐਕਸ ਸਕੁਅਰ ਹੈ, ਐਕਸ ਸਕੁਅਰ ਹੈ। ਤਾਂ ਇਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ, ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ ਨਿਊਮੀਨੇਟਰ ਡਿਵਾਈਡਡ ਬਾਈ ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ ਡਿਨੋਮੀਨੇਟਰ, ਇਹ ਫਾਰਮੂਲੇ ਦੀ ਵਰਤੋਂ ਕਰਾਂਗੇ, ਇਸ ਸ਼ਾਰਟਕਟ ਦੀ ਵਰਤੋਂ ਕਰਾਂਗੇ। ਹੁਣ ਨਿਊਮੀਨੇਟਰ ਦੇ ਵਿੱਚ ਹਾਈਐਸਟ ਡਿਗਰੀ ਵਾਲੇ ਮਤਲਬ ਐਕਸ ਸਕੁਅਰ ਦਾ ਕੋਫੀਸ਼ੀਐਂਟ ਕਿੰਨਾ ਹੈ, ਦੈਟ ਇਜ਼ 1, ਅਤੇ ਉਹਨੂੰ ਡਿਵਾਈਡ ਕਰਨਾ ਹੈ ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ ਐਕਸ ਇਨ ਡਿਨੋਮੀਨੇਟਰ ਨਾਲ। ਕੋਫੀਸ਼ੀਐਂਟ ਕਿੰਨਾ ਐਕਸ ਸਕੁਅਰ ਦਾ ਨੀਚੇ 2, ਤਾਂ ਆਨਸਰ ਕਿੰਨਾ ਆ ਗਿਆ 1/2। ਤਾਂ ਦੇਖੋ ਤੁਸੀਂ ਸ਼ਾਰਟਕਟ ਦੇ ਨਾਲ ਜਿਹੜਾ ਹੈ ਸਾਨੂੰ ਕਈ ਵਾਰ ਇੱਕ ਸਟੈਪ ਦੇ ਵਿੱਚ ਕੁਐਸਚਨ ਸੋਲਵ ਹੋ ਜਾਂਦਾ, ਜਿਸ ਕੁਐਸਚਨ ਨੂੰ ਸੋਲਵ ਕਰਨ ਲਈ ਸਾਨੂੰ ਕਿੰਨੇ ਹੀ ਸਟੈਪ ਜਿਹੜੇ ਨੇ ਉਹ ਯੂਜ਼ ਕਰਨੇ ਪਏ। ਤਾਂ ਇਸ ਤਰ੍ਹਾਂ ਰਾਜੇ ਤੁਸੀਂ ਸ਼ਾਰਟਕਟਸ ਨੂੰ ਵੀ ਯਾਦ ਰੱਖਣਾ ਹੈ, ਪ੍ਰੈਕਟਿਸ ਅਸੀਂ ਸ਼ਾਰਟਕਟ ਦੀ ਹੀ ਕਰਨੀ ਹੈ, ਲੇਕਿਨ ਤੁਹਾਡੇ ਪ੍ਰੋਸੀਜਰ ਜਿਹੜਾ ਤੁਹਾਡੇ ਮਾਈਂਡ ਦੇ ਵਿੱਚ ਕਿਤੇ ਨਾ ਕਿਤੇ ਹੋਣਾ ਜ਼ਰੂਰ ਚਾਹੀਦਾ। ਹੁਣ ਆਪਣੇ ਕੋਲ ਕੁਝ ਐਗਜ਼ਾਮਪਲਸ ਨੇ ਇਹਨਾਂ ਹੀ ਸ਼ਾਰਟਕਟਸ ਦੇ ਨਾਲ ਰਿਲੇਟਡ, ਅਸੀਂ ਜਿਹੜਾ ਉਹਨਾਂ ਨੂੰ ਕਰਾਂਗੇ। ਇਹ ਥੋੜ੍ਹੇ ਜਿਹੇ ਲੈਵਲ ਅਪ ਕਰ ਦਿੱਤਾ। ਪਿਛਲਾ ਕੁਐਸਚਨ ਜਿਹੜਾ ਮੈਂ ਐਗਜ਼ਾਮਪਲ ਲਿੱਤੀ ਸੀ ਉਹ ਬਿਲਕੁਲ ਹੀ ਡੀਸੈਂਟ ਜਿਹਾ ਕੁਐਸਚਨ ਸੀਗਾ। ਫਸਟ ਐਗਜ਼ਾਮਪਲ ਆ ਸਾਡੇ ਕੋਲ, ਲਿਮਿਟ x ਅਪਰੋਚਿਸ ਟੂ ਇਨਫਿਨਿਟੀ x plus 1 7x plus 3 divided by x plus 2 3x plus 3।
ਇਸ ਫਾਰਮ ਦੇ ਵਿੱਚ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਡਿਗਰੀ ਜ਼ਿਆਦਾ, ਨਿਊਮੀਨੇਟਰ ਦੀ ਡਿਗਰੀ ਜ਼ਿਆਦਾ ਜਾਂ ਫਿਰ ਡਿਨੋਮੀਨੇਟਰ ਦੀ ਡਿਗਰੀ ਜ਼ਿਆਦਾ। ਤਾਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਸਿੰਪਲੀਫਾਈ ਕਰਕੇ ਲਿਖ ਲਾਂਗੇ। ਉੱਪਰ ਸਾਡੇ ਕੋਲ ਆ ਜਾਊਗਾ 7x², ਨੀਚੇ ਸਾਡੇ ਕੋਲ ਕਿੰਨੀ ਆਜੂ ਹਾਈਐਸਟ ਪਾਵਰ, ਉਹ ਆਜੂ 3x²। ਤੁਸੀਂ ਰਾਜੇ ਇਹਨੂੰ ਪੂਰਾ ਸੋਲਵ ਕਰਨਾ ਬੈਠ ਜਿਓ, ਕਿਉਂਕਿ ਸਾਡੇ ਕੋਲ ਸਿਰਫ ਡਿਗਰੀ ਦੀ ਗੱਲ ਕੀਤੀ ਗਈ ਹੈ। ਅਸੀਂ ਇੱਥੇ ਹੁਣ ਅਗਰ ਪੂਰਾ ਸੋਲਵ ਕਰਨ ਬੈਠ ਜਾਈਏ, ਜਿਵੇਂ 7x² ਫਿਰ ਪਲੱਸ 3x, ਇੱਦਾਂ ਤੁਸੀਂ ਸੋਲਵ ਕਰੋਗੇ ਤਾਂ ਸਾਡੇ ਕੋਲ ਫੇਰ ਵੀ ਜਿਹੜੀ ਡਿਗਰੀ ਹੈ ਉਹ 2 ਹੀ ਆਊਗੀ ਉੱਪਰ ਨਿਊਮੀਨੇਟਰ ਦੀ। ਡਿਨੋਮੀਨੇਟਰ ਦੀ ਵੀ ਹਾਈਐਸਟ ਡਿਗਰੀ ਜਿਹੜੀ ਆ 2 ਹੀ ਆਊਗੀ ਆਪਣੇ ਕੋਲ। ਤਾਂ ਕਹਿਣ ਦਾ ਮਤਲਬ ਹੈ ਟਾਈਮ ਵੇਸਟ ਨਹੀਂ ਕਰਨ ਲੱਗ ਗਿਆ ਨਾ, ਆਪਾਂ ਨੂੰ ਸਿਰਫ ਡਿਗਰੀ ਆਫ x ਤੋਂ ਮਤਲਬ ਹੈ, ਨਿਊਮੀਨੇਟਰ ਦੀ ਵੀ ਡਿਨੋਮੀਨੇਟਰ ਦੀ ਵੀ। ਪੂਰਾ ਇਹਨੂੰ ਸੋਲਵ ਨਹੀਂ ਕਰਨਾ, ਕਿਉਂਕਿ ਆਹ ਦੇਖੋ ਅਸੀਂ ਟਾਈਪ ਲਿਖੀਆਂ ਨੇ ਉੱਪਰ ਕਿ ਸਾਨੂੰ ਕੀ ਚਾਹੀਦਾ, ਸਿਰਫ ਡਿਗਰੀ ਚਾਹੀਦੀ ਹੈ। ਇੱਕ ਮਿੰਟ ਜੀ, ਮੈਂ ਉੱਪਰ ਤੁਹਾਨੂੰ ਦਿਖਾਉਣਾ, ਸਾਨੂੰ ਸਿਰਫ ਡਿਗਰੀ ਚਾਹੀਦੀ ਹੈ। ਡਿਗਰੀ ਡਿਗਰੀ ਡਿਗਰੀ, ਤਾਂ ਡਿਗਰੀ ਦੇਖਣੀ ਹੈ। ਜੇ ਤਾਂ ਡਿਗਰੀ ਆਫ ਨਿਊਮੀਨੇਟਰ ਜ਼ਿਆਦਾ ਹੈ ਡਿਨੋਮੀਨੇਟਰ ਨਾਲੋਂ ਤਾਂ ਆਨਸਰ ਸਿੱਧਾ ਇਨਫਿਨਿਟੀ ਲਿਖ ਦਿਓ। ਜੇ ਡਿਗਰੀ ਆਫ ਡਿਨੋਮੀਨੇਟਰ ਜਿਹੜੀ ਹੈ ਉਹ ਜ਼ਿਆਦਾ ਹੈ ਨਿਊਮੀਨੇਟਰ ਨਾਲੋਂ ਤਾਂ ਆਨਸਰ ਸਿੱਧਾ 0 ਲਿਖ ਦੇਣਾ। ਅਤੇ ਜੇ ਦੋਨਾਂ ਦੀ ਨਿਊਮੀਨੇਟਰ ਅਤੇ ਡਿਨੋਮੀਨੇਟਰ ਦੀ ਡਿਗਰੀ ਇਕੁਅਲ ਹੈ ਤਾਂ ਆਨਸਰ ਜਿਹੜਾ ਉਹ ਆ ਜਾਊਗਾ ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ x ਇਨ ਨਿਊਮੀਨੇਟਰ ਡਿਵਾਈਡਡ ਬਾਈ ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ x ਇਨ ਡਿਨੋਮੀਨੇਟਰ। ਮੈਂ ਇਸ ਨੂੰ ਗੱਲ ਨੂੰ ਵਾਰ-ਵਾਰ ਦੁਹਰਾਉਣਾ ਹੁੰਦਾ ਹੈ, ਕਿਉਂਕਿ ਮੈਂ ਇਸ ਦੇ ਉੱਪਰ ਫੋਕਸ ਲੈ ਕੇ ਆਉਣਾ ਚਾਹੁੰਦਾ ਹੁੰਦਾ ਤੁਹਾਡਾ, ਤਾਂ ਕਿ ਤੁਸੀਂ ਇਹਨੂੰ ਮੇਰੇ ਨਾਲ ਰਿਪੀਟ ਕਰੋ। ਠੀਕ ਹੈ, ਤੁਸੀਂ ਇਹਨਾਂ ਕੁਐਸਚਨ ਨੂੰ ਰਾਜੇ ਆਪ ਵੀ ਸੋਲਵ ਕਰ ਸਕਦੇ ਹੋ। ਤੁਸੀਂ ਇਸ ਵੀਡੀਓ ਨੂੰ ਪੌਜ਼ ਕਰੋ, ਕੁਐਸਚਨ ਨੂੰ ਸੋਲਵ ਕਰੋ, ਚੈੱਕ ਕਰੋ ਤੁਸੀਂ ਇਸ ਨੂੰ ਸਮਝ ਪਾਏ ਕਿ ਨਹੀਂ ਸਮਝ ਪਾਏ। ਅਗਰ ਤੁਹਾਨੂੰ ਕੋਈ ਡਾਊਟ ਲੱਗਦਾ ਹੈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛੋ। ਵਾਪਸ ਆਉਣੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ, ਅਸੀਂ ਦੇਖ ਲਿਆ ਵੀ ਨਿਊਮੀਨੇਟਰ ਦੀ ਜਿਹੜੀ ਹਾਈਐਸਟ ਡਿਗਰੀ ਹੈ ਉਹ x2 ਹੈ, ਮਤਲਬ 2 ਹੈ ਵੈਲਿਊ। ਡਿਨੋਮੀਨੇਟਰ ਦੀ ਡਿਗਰੀ ਜਿਹੜੀ ਹੈ ਸਾਡੇ ਕੋਲ ਉਹ ਵੀ 2 ਹੈ। ਇਸ ਕੇਸ ਦੇ ਵਿੱਚ ਡਿਗਰੀ ਆਫ ਨਿਊਮੀਨੇਟਰ ਹਾਈਐਸਟ ਪਾਵਰ ਜਿਹੜੀ ਆਪਾਂ ਗੱਲ ਕਰੀਏ, ਡਿਗਰੀ ਆਫ ਨਿਊਮੀਨੇਟਰ ਐਂਡ ਡਿਗਰੀ ਆਫ ਡਿਨੋਮੀਨੇਟਰ ਜਿਹੜੀ ਹੈ ਸੇਮ ਆ ਗਈ। ਟਾਈਪ 3 ਦਾ ਕੁਐਸਚਨ ਬਣ ਗਿਆ। ਤਾਂ ਅਸੀਂ ਕੀ ਕਰਾਂਗੇ, ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ x ਨੂੰ ਡਿਵਾਈਡ ਕਰ ਦਾਂਗੇ ਜੋ ਨਿਊਮੀਨੇਟਰ ਦੇ ਵਿੱਚ ਹੈ, ਕੋਫੀਸ਼ੀਐਂਟ ਆਫ ਹਾਈਐਸਟ ਪਾਵਰ ਆਫ x ਜੋ ਡਿਨੋਮੀਨੇਟਰ ਦੇ ਵਿੱਚ ਹੈ। ਤਾਂ ਸਾਡੇ ਕੋਲ ਆਜੂ ਰਾਜੇ 7/3 ਆਨਸਰ ਆ ਜਾਊਗਾ, ਕਿਉਂਕਿ 7 ਜਿਹੜੀ ਆ ਉਹ x² ਦੀ ਡਿਗਰੀ ਹੈ ਨਿਊਮੀਨੇਟਰ ਦੇ ਵਿੱਚ, ਜੋ ਕਿ ਹਾਈਐਸਟ ਪਾਵਰ ਹੈ, ਉਹਦਾ ਕੋਫੀਸ਼ੀਐਂਟ 7 ਹੈ, ਅਤੇ ਨੀਚੇ ਸਾਡੇ ਕੋਲ ਕਿੰਨਾ ਆ ਜਾਊਗਾ, 3 ਆ ਜਾਊਗਾ। ਨੈਕਸਟ ਕੁਐਸਚਨ ਦੇਖਦੇ ਹਾਂ। ਲਿਮਿਟ ਤੁਹਾਨੂੰ ਦੇ ਰੱਖੀ ਹੈ x ਅਪਰੋਚਿਸ ਟੂ ਇਨਫਿਨਿਟੀ, ਅਤੇ ਉੱਪਰ ਸਾਨੂੰ ਹਜੇ ਸਿੰਪਲੀਫਾਈ ਕਰਕੇ ਨਹੀਂ ਲਿਖਿਆ ਹੋਇਆ, ਤਾਂ ਅਸੀਂ ਉੱਪਰ ਸਿੰਪਲੀਫਾਈ ਕਰਕੇ ਲਿਖਾਂਗੇ ਉਦੋਂ ਅਸੀਂ ਇਹ ਦੇਖਣਾ ਹੈ ਵੀ x² ਨੂੰ ਜਦੋਂ ਅਸੀਂ ਮਲਟੀਪਲਾਈ ਕਰਾਂਗੇ 7x ਦੇ ਨਾਲ ਤਾਂ ਸਾਡੇ ਕੋਲ ਬਣ ਜੂ 7x³। ਬਸ ਇੱਥੇ ਹੀ ਰੁਕ ਜਾਣਾ ਹੈ, ਕਿਉਂਕਿ ਰਾਜੇ ਸਾਨੂੰ ਹਾਈਐਸਟ ਡਿਗਰੀ ਤੋਂ ਮਤਲਬ ਹੈ। ਜਦੋਂ ਤੁਸੀਂ x² ਨੂੰ 3 ਨਾਲ ਮਲਟੀਪਲਾਈ ਕਰੋਗੇ ਤਾਂ 3x² ਬਣੂਗਾ, ਸਾਨੂੰ ਉਹਦੀ ਜ਼ਰੂਰਤ ਹੀ ਹੈ ਨਹੀਂ, ਸਾਨੂੰ ਸਿਰਫ ਹਾਈਐਸਟ ਡਿਗਰੀ ਦੀ ਜ਼ਰੂਰਤ ਹੈ। ਸਪੋਜ਼ ਇੱਥੇ ਕੀ ਹੁੰਦਾ ਤੁਹਾਡੇ ਕੋਲ x² + 1 7x + 3x³ ਹੁੰਦਾ ਮੰਨ ਲਓ, ਤਾਂ ਤੁਸੀਂ ਕੀ ਕਹਿਣਾ ਸੀ, ਹਾਈਐਸਟ ਡਿਗਰੀ ਕਿੰਨੀ ਹੈ, ਉਹ ਹੈ x5। ਤਾਂ ਤੁਹਾਨੂੰ ਇਸ ਦੇ ਨਾਲ ਮਤਲਬ ਹੋਣਾ ਸੀ, ਨਾ ਕਿ ਇਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਸੀਗਾ ਵੀ ਜਦੋਂ ਅਸੀਂ x² ਨੂੰ 7x ਨਾਲ ਮਲਟੀਪਲਾਈ ਕਰਦੇ ਹਾਂ। ਤਾਂ ਕਹਿਣ ਦਾ ਮਤਲਬ ਹੈ ਤੁਸੀਂ ਇੰਨਾ ਕੁ ਤਾਂ ਜਿਹੜਾ ਮੈਚਿਓਰ ਹੋ ਚੁੱਕੇ ਹੋ, ਸਿੰਪਲੀਫਾਈ ਕਰ ਸਕਦੇ ਹੋ, ਦੇਖ ਸਕਦੇ ਹੋ ਕਿ ਕਿਹਦੀ ਜਿਹੜੀ ਡਿਗਰੀ ਹੈ ਜ਼ਿਆਦਾ ਆ ਰਹੀ ਹੈ। ਇਹਦੇ ਲਈ ਜ਼ਿਆਦਾ ਸਾਨੂੰ ਦਿਮਾਗ ਲਗਾਉਣ ਦੀ ਜ਼ਰੂਰਤ ਵੀ ਨਹੀਂ। ਨੀਚੇ ਦੇ ਜੇ ਮੈਂ ਇਸ ਕਰਕੇ ਦੱਸ ਰਿਹਾ ਹਾਂ ਇੰਨਾ ਜ਼ਿਆਦਾ ਡਿਟੇਲ ਦੇ ਵਿੱਚ, ਮੇਰੀ ਆਦਤ ਹੈ, ਮੈਨੂੰ ਕੁਝ ਬੱਚੇ ਅਸਲ ਦੇ ਵਿੱਚ ਕਹਿੰਦੇ ਵੀ ਹੈ ਕਿ ਤੁਸੀਂ ਬਾਹਲਾ ਡਿਟੇਲ ਦੇ ਵਿੱਚ ਦੱਸ ਦਿਓ, ਡੀਪਲੀ ਦੱਸ ਦਿਓ। ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਰੈਂਕਲੀ ਗੱਲ ਦੱਸਣੀ ਚਾਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਰਾਜੇ ਕਿ ਹਰ ਬੱਚੇ ਦਾ ਜਿਹੜਾ ਲੈਵਲ ਹੈ ਉਹ ਤੁਹਾਡੇ ਵਰਗਾ ਹੋਵੇ, ਜਾਂ ਹਰ ਬੱਚੇ ਦਾ ਲੈਵਲ ਜਿਹੜਾ ਉਹ ਅਪ ਹੋਵੇ। ਕੁਝ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਜਿਹੜੇ ਮਿਸ ਹੋ ਜਾਂਦੇ ਨੇ ਕਨਸੈਪਟ, ਹੈ ਨਾ, ਉਹ ਵੀ ਉਹਨਾਂ ਦੀ ਗਲਤੀ ਨਹੀਂ ਹੁੰਦੀ। ਕਈ ਵਾਰ ਟੀਚਰ ਵੀ, ਮੈਂ ਵੀ ਖੁਦ ਵੀ ਅਧਿਆਪਕ ਹਾਂ, ਤੁਸੀਂ ਵੀ ਅਧਿਆਪਕ ਬਣੋਗੇ, ਤਾਂ ਕਈ ਵਾਰ ਕੀ ਹੁੰਦਾ ਸਾਡੇ ਵਿੱਚ ਵੀ ਕਮੀ ਰਹਿ ਜਾਂਦੀ ਹੈ, ਟੀਚਰ 'ਚ ਵੀ ਕਮੀ ਰਹਿ ਜਾਂਦੀ ਹੈ। ਤਾਂ ਜ਼ਰੂਰੀ ਨਹੀਂ ਹੈ ਕਿ ਸਟੂਡੈਂਟ ਜਿਹੜੇ ਨੇ ਉਹ ਉਹਨਾਂ ਦੀ ਹੀ ਗਲਤੀ ਹੁੰਦੀ ਹੈ। ਤਾਂ ਸਾਨੂੰ ਜਿਹੜਾ ਇਹ ਇਕੁਅਲ ਮੰਨ ਕੇ ਚੱਲਣਾ ਚਾਹੀਦਾ। ਮੈਂ ਇਕੁਅਲ ਮੰਨ ਕੇ ਚੱਲਦਾ ਵੀ ਜੋ ਮੈਨੂੰ ਸੁਣ ਰਹੇ ਨੇ, ਜੋ ਇਸ ਚੀਜ਼ ਨੂੰ ਦੇਖ ਰਹੇ ਨੇ ਲੈਕਚਰ ਨੂੰ, ਉਹ ਜਿਹੜੇ ਨੇ ਉਹ ਸਾਰਾ ਕੁਝ ਨਹੀਂ ਜਾਣਦੇ, ਉਹਨਾਂ ਨੂੰ ਜਿਹੜਾ ਮੈਂ ਦੱਸਣਾ ਚਾਹੁੰਦਾ। ਤਾਂ ਜੇ ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਪਹਿਲਾਂ ਤੋਂ ਹੀ ਚੀਜ਼ ਪਤਾ ਹੈ ਕਿ ਇੰਨੀ ਜ਼ਿਆਦਾ ਨਹੀਂ ਸਮਝਣੀ, ਤਾਂ ਤੁਸੀਂ ਕੀ ਕਰਿਆ ਕਰੋ, ਪੌਜ਼ ਕਰਕੇ ਵੀਡੀਓ ਨੂੰ, ਕੁਐਸਚਨ ਨੂੰ ਆਪਣੇ ਆਪ ਸੋਲਵ ਕਰਿਆ ਕਰੋ, ਅਤੇ ਫਿਰ ਮੇਰਾ ਤਰੀਕਾ ਵੀ ਦੇਖਿਆ ਕਰੋ। ਤੁਹਾਨੂੰ ਜਿਹੜਾ ਸ਼ਾਰਟਕਟ ਜ਼ਿਆਦਾ ਲੱਗੇ, ਜਿਹੜਾ ਜ਼ਿਆਦਾ ਤੁਹਾਨੂੰ ਯਾਦ ਹੋ ਜੇ, ਉਹਨੂੰ ਪ੍ਰੈਫਰੈਂਸ ਦਿਆ ਕਰੋ, ਕਿਉਂਕਿ ਐਗਜ਼ਾਮ ਦੇ ਵਿੱਚ ਆਪਣੇ ਸਾਰਿਆਂ ਦਾ ਹੀ ਇਹੀ ਮਕਸਦ ਹੈ ਕਿ ਸਾਡਾ ਘੱਟ ਤੋਂ ਘੱਟ ਟਾਈਮ ਲੱਗੇ। ਕਿਉਂਕਿ ਮੈਥ ਦੇ ਐਗਜ਼ਾਮ ਦੇ ਵਿੱਚ ਇੱਕ ਮੈਥ ਦਾ ਹੀ ਐਗਜ਼ਾਮ ਹੈ ਜਿਹਦੇ ਵਿੱਚ ਸਾਨੂੰ ਸੋਲਵ ਕਰਨਾ ਪੈਂਦਾ ਹੈ, ਫਿਰ ਉਸ ਤੋਂ ਬਾਅਦ ਸਾਨੂੰ ਇਹ ਵੀ ਦੇਖਣਾ ਪੈਂਦਾ ਕਿ ਉਹ ਕਰੈਕਟ ਆਨਸਰ ਆ ਰਿਹਾ ਕਿ ਨਹੀਂ ਆ ਰਿਹਾ। ਵਾਪਸ ਆਉਣੇ ਆ ਕੁਐਸਚਨ 'ਤੇ। ਤਾਂ ਸਾਡੇ ਕੋਲ ਡਿਨੋਮੀਨੇਟਰ ਦੇ ਵਿੱਚ ਕੀ ਬਣੂਗਾ ਰਾਜੇ, ਉਹ ਬਣੂਗਾ 3x² ਬਣੂਗਾ। ਇੱਥੋਂ ਹੁਣ ਸਾਨੂੰ ਗੱਲ ਪਤਾ ਚੱਲ ਗਈ ਕਿ ਨਿਊਮੀਨੇਟਰ ਦੀ ਜਿਹੜੀ ਪਾਵਰ ਹੈ, ਡਿਗਰੀ ਹੈ,
ਉਹ ਆਪਣੀ ਜ਼ਿਆਦਾ ਐਜ਼ ਕੰਪੈਰੀਜ਼ਨ ਟੂ ਡਿਨੋਮੀਨੇਟਰ ਦੇ। ਨਿਊਮੀਨੇਟਰ ਦੀ ਜਿਹੜੀ ਡਿਗਰੀ ਆ ਉਹ ਜ਼ਿਆਦਾ ਐਜ਼ ਕੰਪੈਰੀਜ਼ਨ ਟੂ ਕੋਫੀਸ਼ੀਐਂਟ ਦੇ। ਤਾਂ ਜਦੋਂ ਇਹ ਆਪਣੇ ਕੋਲ ਕੇਸ ਆਇਆ ਸੀ ਕਿ ਜਦੋਂ ਨਿਊਮੀਨੇਟਰ ਦੇ ਵਿੱਚ ਸਾਡੇ ਕੋਲ ਡਿਗਰੀ ਜ਼ਿਆਦਾ ਐਜ਼ ਕੰਪੈਰੀਜ਼ਨ ਟੂ ਡਿਨੋਮੀਨੇਟਰ ਦੇ, ਤਾਂ ਅਸੀਂ ਕਿਹਾ ਸੀ ਅਸੀਂ ਸਿੱਧਾ ਆਨਸਰ ਲਿਖ ਦੇਣਾ ਇਨਫਿਨਿਟੀ ਆ ਜਾਊਗਾ ਸਾਡੇ ਕੋਲ, ਕਿਉਂਕਿ ਰਾਜੇ ਸਾਨੂੰ ਪਤਾ ਹੈ ਨਿਊਮੀਨੇਟਰ ਦੀ ਡਿਗਰੀ ਹੈ ਉਹ ਜ਼ਿਆਦਾ ਹੈ ਅਤੇ ਡਿਨੋਮੀਨੇਟਰ ਦੀ ਡਿਗਰੀ ਘੱਟ ਹੈ। ਇਹ ਸਾਡੇ ਕੋਲ ਜਿਹੜੀ ਹੈ ਟਾਈਪ 1 ਬਣ ਗਈ। ਉੱਪਰ ਜੇ ਦੇਖੀਏ ਤਾਂ ਸਾਡੇ ਕੋਲ ਟਾਈਪ 1 ਬਣ ਗਈ, ਜਿੱਥੇ ਨਿਊਮੀਨੇਟਰ ਦੀ ਡਿਗਰੀ ਜ਼ਿਆਦਾ ਡਿਨੋਮੀਨੇਟਰ ਦੇ ਨਾਲੋਂ। ਜਦੋਂ ਤੁਸੀਂ ਇਹਨੂੰ ਸੋਲਵ ਕਰਕੇ ਦੇਖੋ ਇਹਨੂੰ ਪਹਿਲੇ ਮੈਥਡ ਦੇ ਨਾਲ, ਤਾਂ ਤੁਹਾਡੇ ਕੋਲ ਆਨਸਰ ਇਨਫਿਨਿਟੀ ਆਊਗਾ। ਪਰ ਸਾਨੂੰ ਸੋਲਵ ਕਰਨ ਦੀ ਜ਼ਰੂਰਤ ਹੀ ਨਹੀਂ ਪਈ, ਦੇਖੋ ਸਿੱਧਾ ਹੀ ਅਸੀਂ ਜਿਹੜਾ ਫਾਈਂਡ ਆਊਟ ਕਰ ਲਿਆ। ਨੈਕਸਟ ਕੁਐਸਚਨ ਨੂੰ ਵੀ ਅਸੀਂ ਸਿੰਪਲੀਫਾਈ ਕਰਕੇ ਲਿਖਦੇ ਹਾਂ। ਐਕਸ ਅਪਰੋਚਿਸ ਟੂ ਇਨਫਿਨਿਟੀ, 7x² ਬਣ ਰਿਹਾ ਉੱਪਰ, ਨੀਚੇ ਸਾਡੇ ਕੋਲ ਬਣ ਰਿਹਾ 3x⁴ ਹੈ ਨਾ। ਧਿਆਨ ਰੱਖਿਓ ਕਿਤੇ ਪਹਿਲੇ ਨਾਲ ਪਹਿਲਾਂ ਮਲਟੀਪਲਾਈ ਕਰਕੇ ਨਾ ਛੱਡ ਦਿਓ, ਕੋਸ਼ਿਸ਼ ਕਰਿਓ ਚੈੱਕ ਕਰਿਓ ਵੀ ਸਾਡਾ ਜਿਹੜਾ ਅਗਲਾ ਮਲਟੀਪਲਾਈ ਕਰਨ 'ਤੇ ਹਾਈਅਰ ਡਿਗਰੀ ਤਾਂ ਨਹੀਂ ਸ਼ੋ ਕਰ ਰਿਹਾ। ਅਤੇ ਇਸ ਚੀਜ਼ ਦਾ ਧਿਆਨ ਰੱਖਣਾ, ਡਿਗਰੀ ਜਿਹਦੀ ਵੱਧ ਹੈ ਉਹੀ ਅਸੀਂ ਉਹਨੂੰ ਪ੍ਰੈਫਰੈਂਸ ਦੇਣੀ ਆ, ਬਾਕੀ ਨਾਲ ਕੀ ਆ ਰਿਹਾ ਸਾਨੂੰ ਉਸ ਤੋਂ ਕੋਈ ਮਤਲਬ ਨਹੀਂ। ਠੀਕ ਹੈ ਜੀ। ਉੱਪਰ ਆਪਣਾ ਬਣ ਰਿਹਾ ਜੀ 7x², ਨੀਚੇ ਬਣ ਰਿਹਾ 3x⁴। ਤਾਂ ਕਲੀਅਰ ਹੈ ਡਿਨੋਮੀਨੇਟਰ ਦੀ ਡਿਗਰੀ ਜ਼ਿਆਦਾ ਹੈ। ਜਦੋਂ ਡਿਨੋਮੀਨੇਟਰ ਦੀ ਡਿਗਰੀ ਜ਼ਿਆਦਾ, ਸਿੱਧਾ ਆਨਸਰ ਕੀ ਆਉਂਦਾ ਹੁੰਦਾ 0। ਤਾਂ ਇਸ ਲਿਮਿਟ ਦਾ ਜਿਹੜਾ ਆਨਸਰ ਹੈ, ਇਸ ਫੰਕਸ਼ਨ ਦੀ ਜਿਹੜੀ ਲਿਮਿਟ ਦਾ ਆਨਸਰ ਹੈ ਉਹ ਆਪਣੇ ਕੋਲ 0 ਆ ਗਿਆ। ਇੱਥੋਂ ਤੱਕ ਸਾਡਾ ਜਿਹੜਾ ਕੰਸੈਪਟ ਖਤਮ ਹੁੰਦਾ ਲਿਮਿਟ ਐਟ ਇਨਫਿਨਿਟੀ। ਲੇਕਿਨ ਸਾਡੀ ਇੱਕ ਟਾਈਪ ਜਿਹੜੀ ਬਾਕੀ ਸੀ ਜਦੋਂ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ ਸਾਡੇ ਕੋਲ ਬਣ ਜਾਂਦੀ ਹੈ, ਉਹਨੂੰ ਕਿਸ ਤਰ੍ਹਾਂ ਸੋਲਵ ਕਰਾਂਗੇ, ਫੰਕਸ਼ਨ ਦੀ ਲਿਮਿਟ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਉਹ ਹੁਣ ਅਸੀਂ ਇਸ ਸਟੈਪ ਦੇ ਵਿੱਚ ਅਸੀਂ ਦੇਖਾਂਗੇ। 2 ਸਟੈਪ ਦੇ ਵਿੱਚ ਪ੍ਰੋਸੀਜਰ ਫੋਲੋ ਕਰਨਾ। ਸਟੈਪ 1 ਕਹਿੰਦਾ ਸਭ ਤੋਂ ਪਹਿਲਾਂ ਰੈਸ਼ਨਲਾਈਜ਼ ਦਾ ਗਿਵਨ ਐਕਸਪ੍ਰੈਸ਼ਨ ਐਂਡ ਕਨਵਰਟ ਇਨਟੂ 0/0 ਜਾਂ ਫਿਰ ਇਨਫਿਨਿਟੀ ਫਾਰਮ। ਅਸੀਂ ਜਦੋਂ ਰਾਜੇ ਟਾਈਪਸ ਪੜ੍ਹੇ, ਅਸੀਂ ਮੈਥਡ ਪੜ੍ਹੇ ਸੀਗੇ ਵੀ ਅਸੀਂ ਕਿੰਨੇ ਮੈਥਡਸ ਦੇ ਨਾਲ ਸੋਲਵ ਕਰ ਸਕਦੇ ਹਾਂ ਲਿਮਿਟ ਨੂੰ। ਅਸੀਂ ਕਿਹਾ ਸੀਗਾ ਕਿ ਉੱਥੇ 0/0 ਫਾਰਮ ਜਦੋਂ ਬਣਦੀ ਹੈ ਅਸੀਂ ਐਲ ਹੌਸਪੀਟਲ ਰੂਲ ਲਗਾ ਦਿੰਦੇ ਹਾਂ। ਇੱਥੇ ਰਾਜੇ ਇੱਕ ਚੀਜ਼ ਜਿਹੜੀ ਐਡ ਅਪ ਹੋਈ ਹੈ, ਇੱਥੇ ਐਡ ਕੀ ਹੋਈ ਹੈ, ਐਕਸ ਜਿਹੜਾ ਇਨਫਿਨਿਟੀ ਨੂੰ ਅਪਰੋਚ ਕਰ ਰਿਹਾ, ਇਹ ਚੀਜ਼ ਐਡ ਹੋਈ ਹੈ ਇਸ ਟਾਈਪ ਦੇ ਕੁਐਸਚਨ ਦੇ ਵਿੱਚ। ਜਦੋਂ ਇਨਫਿਨਿਟੀ ਮਾਈਨਸ ਇਨਫਿਨਿਟੀ ਫਾਰਮ ਬਣੂਗੀ, ਸਾਡਾ ਐਕਸ ਜਿਹੜਾ ਇਨਫਿਨਿਟੀ ਨੂੰ ਅਪਰੋਚ ਕਰੂਗਾ, ਤਾਂ ਉੱਥੇ ਜਿਹੜਾ ਅਸੀਂ ਸ਼ਾਰਟਕਟਸ ਯੂਜ਼ ਕਰਾਂਗੇ ਜਿਹੜੇ ਅਸੀਂ ਆ ਲਿਖੇ ਸੀ। ਇਹ ਸ਼ਾਰਟਕਟਸ ਉਹ ਨੇ ਜਿਹੜੇ ਮੈਂ ਟਾਈਪ 1, ਟਾਈਪ 2 ਅਤੇ ਟਾਈਪ 3 ਦੇ ਵਿੱਚ ਜਿਹੜੇ ਮੈਂ ਲਿਖੇ ਸੀਗੇ। ਇਹਨਾਂ ਦੀ ਵਰਤੋਂ ਉਦੋਂ ਹੀ ਕਰਨੀ ਹੈ ਜਦੋਂ ਐਕਸ ਅਪਰੋਚ ਕਰੂਗਾ ਇਨਫਿਨਿਟੀ ਨੂੰ, ਅਤੇ px/ ਸਾਡੇ ਕੋਲ qx ਫਾਰਮ ਬਣੂਗੀ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਮੈਂ ਬਹੁਤ ਜਿਹੜਾ ਤੁਹਾਨੂੰ ਸਮਝਾਇਆ ਕਿ ਸਾਡੇ ਕੋਲ px/qx ਫਾਰਮ ਬਣਨੀ ਚਾਹੀਦੀ ਹੈ, ਤਾਂ ਗਲਤੀ ਨਹੀਂ ਕਰਨੀ ਇੱਥੇ। ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਕਿ ਸਾਡੇ ਕੋਲ 2 ਜਿਹੜੀਆਂ ਚੀਜ਼ਾਂ ਬਣਨੀਆਂ ਚਾਹੀਦੀਆਂ, ਇੱਕ ਤਾਂ ਐਕਸ ਇਨਫਿਨਿਟੀ ਨੂੰ ਅਪਰੋਚ ਕਰਨਾ ਚਾਹੀਦਾ ਅਤੇ ਇੱਕ px/qx ਬਣਨਾ ਚਾਹੀਦਾ ਜਦੋਂ ਅਸੀਂ ਸ਼ਾਰਟਕਟ ਅਪਲਾਈ ਕਰਨੇ ਨੇ ਆਹ ਵਾਲੇ। ਆ ਸਾਰੇ ਜਦੋਂ ਸ਼ਾਰਟਕਟਸ ਅਸੀਂ ਅਪਲਾਈ ਕਰਾਂਗੇ ਟਾਈਪ 1 ਟਾਈਪ 2 ਵਾਲੇ, ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਰਾਜੇ ਐਕਸ ਅਪਰੋਚ ਕਰਨਾ ਚਾਹੀਦਾ ਇਨਫਿਨਿਟੀ ਨੂੰ, ਅਤੇ px/qx ਜਿਹੜੀ ਹੈ ਉਹ ਫੰਕਸ਼ਨ ਦੀ ਫਾਰਮ ਬਣਨੀ ਜ਼ਰੂਰੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ। ਇਹਨਾਂ ਸ਼ਾਰਟਕਟਸ ਦੀ ਗੱਲ ਕਰ ਰਿਹਾ ਸੀ ਮੈਂ ਇੱਥੇ। ਤਾਂ ਹੁਣ ਇੱਥੇ ਪੜ੍ਹਦੇ ਹਾਂ, ਸਾਡੇ ਕੋਲ ਇੱਕ ਤਾਂ ਖਰਾਬ ਹੋ ਜਾਂਦਾ ਹੈ ਬਾਅਦ ਵਿੱਚ। ਚਲੋ ਇੱਥੇ ਹੁਣ ਪੜ੍ਹਦੇ ਹਾਂ ਰਾਜੇ, ਸਾਡੇ ਕੋਲ ਇਨਫਿਨਿਟੀ ਮਾਈਨਸ ਇਨਫਿਨਿਟੀ ਟਾਈਪ ਬਣੇਗੀ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਉਹਨੂੰ 0/0 ਫਾਰਮ ਦੇ ਵਿੱਚ ਜਾਂ ਫਿਰ ਇਨਫਿਨਿਟੀ ਫਾਰਮ ਦੇ ਵਿੱਚ ਬਣਾ ਲੈਣਾ। ਠੀਕ ਹੈ ਜੀ। ਕੁਐਸਚਨ ਐਗਜ਼ਾਮਪਲ ਦੇ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰ ਹੋਊਗਾ। ਸਭ ਤੋਂ ਪਹਿਲਾਂ ਸਾਡੇ ਕੋਲ ਲਿਮਿਟ ਐਕਸ ਅਪਰੋਚ ਟੂ ਇਨਫਿਨਿਟੀ ਦੇ ਰੱਖਿਆ, ਅਤੇ ਸਕੇਅਰ ਰੂਟ ਆਫ x² + x + 1 - x ਦੇ ਰੱਖਿਆ। ਤਾਂ ਹੁਣ ਇਹਨੂੰ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾ ਸਟੈਪ ਕੀ ਹੈ, ਰੈਸ਼ਨਲਾਈਜ਼ ਕਰ ਦਿਓ ਅਤੇ ਉਹਨੂੰ 0/0 ਫਾਰਮ ਦੇ ਵਿੱਚ ਇਨਫਿਨਿਟੀ ਫਾਰਮ ਦੇ ਵਿੱਚ ਜਾਂ ਤਾਂ ਬਣਾ ਲਓ। ਉਸ ਤੋਂ ਅਸੀਂ ਕੀ ਕਰ ਸਕਦੇ ਹਾਂ, ਐਲ ਹੌਸਪੀਟਲ ਰੂਲ ਅਪਲਾਈ ਕਰ ਸਕਦੇ ਹਾਂ ਜਾਂ ਤਾਂ ਸ਼ਾਰਟਕਟਸ ਅਪਲਾਈ ਕਰ ਸਕਦੇ ਹਾਂ, ਕਿਉਂਕਿ ਸਾਡੀ ਐਕਸ ਇਨਫਿਨਿਟੀ ਨੂੰ ਅਪਰੋਚ ਕਰ ਰਿਹਾ, ਇਸ ਕਰਕੇ ਸ਼ਾਰਟਕਟ ਵੈਲਿਡ ਨੇ। ਠੀਕ ਹੈ ਜੀ। ਤਾਂ ਰੈਸ਼ਨਲਾਈਜ਼ ਕਰਾਂਗੇ ਤਾਂ ਸਾਡੇ ਕੋਲ ਲਿਮਿਟ ਐਕਸ ਅਪਰੋਚ ਟੂ ਇਨਫਿਨਿਟੀ, ਸਕੇਅਰ ਰੂਟ ਆਫ x² + x + 1 - x ਇੰਟੂ ਸਕੇਅਰ ਰੂਟ ਆਫ x² + x + 1 + x ਡਿਵਾਈਡਡ ਬਾਈ ਸਕੇਅਰ ਰੂਟ ਆਫ x² + x + 1 + x। ਜਦੋਂ ਅਸੀਂ ਇਸ ਨੂੰ ਸੋਲਵ ਆਊਟ ਕਰਾਂਗੇ ਤਾਂ ਸਾਡੇ ਕੋਲ ਆ ਜਾਊਗਾ ਰਾਜੇ ਲਿਮਿਟ ਐਕਸ ਅਪਰੋਚ ਟੂ ਇਨਫਿਨਿਟੀ, ਉੱਪਰ ਆ ਜਾਊਗਾ x² + x + 1 - x² ਡਿਵਾਈਡਡ ਬਾਈ ਸਾਡੇ ਕੋਲ ਆ ਜਾਊ ਰਾਜੇ ਸਕੇਅਰ ਰੂਟ ਆਫ x² + x + 1 + x 'ਤੇ। ਹੁਣ ਦੇਖੋ ਇੱਥੇ 0 ਨਹੀਂ, ਇੱਥੇ ਇਨਫਿਨਿਟੀ ਆਊਗਾ, ਇਸ ਚੀਜ਼ ਦਾ ਧਿਆਨ ਰੱਖਣਾ। ਹੁਣ ਸਾਡੇ ਕੋਲ x² ਨਾਲ x ਕੈਂਸਲ ਆਊਟ ਹੋ ਗਿਆ, ਤਾਂ ਲਿਮਿਟ ਐਕਸ ਅਪਰੋਚਿਸ ਟੂ ਇਨਫਿਨਿਟੀ x + 1 ਡਿਵਾਈਡਡ ਬਾਈ ਸਕੇਅਰ ਰੂਟ ਆਫ x² + x + 1 + x।
ਸਿੰਪਲੀਫਾਈ ਕਰਕੇ ਇਹ ਬਚ ਗਿਆ। ਤੁਸੀਂ ਕੀ ਕਰਿਆ ਕਰੋ, ਪੌਜ਼ ਕਰ ਲਿਆ ਕਰੋ ਵੀਡੀਓ ਨੂੰ ਅਤੇ ਆਪਣੇ ਆਪ ਕੁਐਸਚਨ ਸੋਲਵ ਕਰਕੇ ਦੇਖਿਆ ਕਰੋ, ਫਿਰ ਦੇਖਿਆ ਕਰੋ ਮੈਂ ਕਿਸ ਤਰ੍ਹਾਂ ਸੋਲਵ ਕਰਦਾ। ਹੁਣ ਅਸੀਂ ਕੀ ਕੀਤਾ, ਜਸਟ ਸਿੰਪਲੀਫਾਈ ਕੀਤਾ ਸੀ, ਸਟੈਪ 1 ਫੋਲੋ ਕੀਤਾ ਕਿ ਰੈਸ਼ਨਲਾਈਜ਼ ਕਰਤਾ। ਠੀਕ ਹੈ ਜੀ, ਰੈਸ਼ਨਲਾਈਜ਼ ਕਰਕੇ ਸਾਡੇ ਕੋਲ ਇਹ ਫਾਰਮ ਬਣ ਗਈ। ਹੁਣ ਇੱਥੇ x ਦੀ ਜਗ੍ਹਾ ਇਨਫਿਨਿਟੀ ਪੁੱਟ ਕਰੋ ਤਾਂ ਇਨਫਿਨਿਟੀ, ਨੀਚੇ ਵੀ ਕੀ ਬਣ ਗਿਆ, ਇਨਫਿਨਿਟੀ, ਤਾਂ ਸਾਡੇ ਕੋਲ ਇਨਫਿਨਿਟੀ ਅਪੋਨ ਇਨਫਿਨਿਟੀ ਫਾਰਮ ਬਣ ਗਈ। ਹੁਣ ਇੱਥੋਂ ਦੋ ਤਰੀਕੇ ਨਿਕਲਦੇ ਨੇ, ਸਾਡੇ ਕੋਲ ਦੋ ਰਾਸਤੇ ਨਿਕਲ ਗਏ। ਇੱਕ ਤਾਂ ਹੈਲ ਹੌਸਪੀਟਲ ਰੂਲ ਲਾ ਲਓ, ਠੀਕ ਹੈ। ਦੂਸਰਾ ਮੈਥਡ ਕੀ ਹੈ, ਸ਼ਾਰਟਕਟਸ। ਸ਼ਾਰਟਕਟਸ ਕਿਉਂ ਲਾ ਸਕਦੇ ਹਾਂ, ਕਿਉਂਕਿ ਇੱਕ ਤਾਂ x ਇਨਫਿਨਿਟੀ ਨੂੰ ਅਪਰੋਚ ਕਰ ਰਿਹਾ, ਇੱਕ ਆਪਣੇ ਕੋਲ px ਅਪੋਨ qx ਫਾਰਮ ਦੇ ਵਿੱਚ ਫੰਕਸ਼ਨ ਗਿਵਨ ਹੈ, ਤਾਂ ਦੋਨੇ ਵੈਲਿਡ ਹੋ ਰਹੀਆਂ ਨੇ ਸ਼ਾਰਟਕਟ ਲਗਾਉਣ ਵਾਸਤੇ। ਸ਼ਾਰਟਕਟ ਚੀਕਾਂ ਮਾਰ ਰਿਹਾ ਵੀ ਮੈਨੂੰ ਲਾਓ। ਠੀਕ ਹੈ ਜੀ, ਐਲ ਹੌਸਪੀਟਲ ਰੂਲ ਜਿਹੜਾ ਰਾਜੇ ਜਦੋਂ ਤੁਸੀਂ ਅਪਲਾਈ ਕਰੋਗੇ, ਉੱਪਰ ਤਾਂ ਬਹੁਤ ਸੌਖੇ ਤਰੀਕੇ ਨਾਲ ਸਾਡਾ ਡੈਰੀਵੇਟਿਵ ਹੋ ਜਾਣਾ ਵਿਦ ਰਿਸਪੈਕਟ ਟੂ ਐਕਸ ਦੇ, ਲੇਕਿਨ ਜਦੋਂ ਤੁਸੀਂ ਨੀਚੇ ਡੈਰੀਵੇਟਿਵ ਕਰੋਗੇ ਤਾਂ ਹਾਫ ਅੱਗੇ ਆ ਜਾਊਗਾ, ਫਿਰ ਉਸ ਤੋਂ ਬਾਅਦ ਇਹਦਾ ਡੈਰੀਵੇਟਿਵ ਕਰੋਗੇ ਤਾਂ ਹੋ ਉਹਦੇ ਨਾਲ ਵੀ ਜਾਊਗਾ, ਐਡੀ ਕੋਈ ਗੱਲ ਨਹੀਂ। ਲੇਕਿਨ ਤੁਹਾਨੂੰ ਪਤਾ ਹੈ ਸ਼ਾਰਟਕਟ ਦੇ ਸਾਨੂੰ ਕੀ ਕਹਿ ਰਿਹਾ, ਸ਼ਾਰਟਕਟ ਸਾਨੂੰ ਕਹਿ ਰਿਹਾ ਵੀ ਜੇ ਤੁਹਾਡੇ ਕੋਲ ਪਾਵਰ ਜਾਂ ਡਿਗਰੀ ਜਿਹੜੀ ਹੈ, ਐਕਸ ਦੀ ਪਾਵਰ ਜਿਹੜੀ ਹੈ ਡਿਗਰੀ ਹੈ, ਉਹ ਜੇ ਬਰਾਬਰ ਹੈ, ਕਿਉਂਕਿ ਉੱਪਰ ਜਿਹੜੀ ਪਾਵਰ ਡਿਗਰੀ ਹੈ ਸਾਡੇ ਕੋਲ ਉਹ ਵੀ 1 ਹੈ, ਨੀਚੇ ਜੇ ਸਾਡੇ ਕੋਲ ਹੈ ਐਕਸ ਸਕੇਅਰ ਪਲੱਸ ਐਕਸ ਪਲੱਸ 1 ਪਲੱਸ ਐਕਸ। ਜਦੋਂ ਅਸੀਂ ਐਕਸ ਸਕੇਅਰ ਨੂੰ ਇੱਥੋਂ ਕਾਮਨ ਲਵਾਂਗੇ ਤਾਂ ਸਾਡੇ ਕੋਲ ਐਕਸ ਹੀ ਆਊਗਾ ਬਾਹਰ, ਤਾਂ ਆਪਣੇ ਕੋਲ ਕਿੰਨਾ ਆਊਗਾ, ਐਕਸ ਆਊਗਾ ਬਾਹਰ। ਦੇਖ ਲਓ, ਤਾਂ ਹਾਈਐਸਟ ਡਿਗਰੀ ਜਿਹੜੀ ਹੈ ਡਿਨੋਮੀਨੇਟਰ ਲਗਾ ਲਓ ਚਾਹੇ ਡਿਨੋਮੀਨੇਟਰ ਲਗਾ ਲਓ, ਹਾਈਐਸਟ ਡਿਗਰੀ ਜਿਹੜੀ ਹੈ ਆਪਣੇ ਕੋਲ ਉਹ ਕਿੰਨੀ ਬਣ ਰਹੀ ਹੈ, 1 ਬਣ ਰਹੀ ਹੈ। ਐਕਸ ਦੀ ਜਿਹੜੀ ਪਾਵਰ ਹੈ ਆਪਣੇ ਕੋਲ 1 ਆ ਰਹੀ ਹੈ, ਸੇਮ ਆ ਰਹੀ ਹੈ। ਜਦੋਂ ਦੋਨਾਂ ਸਾਈਡ 'ਤੇ ਸੇਮ ਹੁੰਦੀ ਹੈ ਪਾਵਰ, ਤਾਂ ਅਸੀਂ ਕੀ ਕਰਦੇ ਹਾਂ, ਨਿਊਮੀਨੇਟਰ ਦਾ ਕੋਐਫੀਸ਼ੀਐਂਟ ਹਾਈਐਸਟ ਪਾਵਰ ਦਾ ਉਹਨੂੰ ਡਿਵਾਈਡ ਕਰ ਦਿੰਦੇ ਹਾਂ ਡਿਨੋਮੀਨੇਟਰ ਦੇ ਹਾਈਐਸਟ ਪਾਵਰ ਦੇ ਕੋਐਫੀਸ਼ੀਐਂਟ ਦੇ। ਲੇਕਿਨ ਬੱਚੇ ਬਹੁਤ ਗਲਤੀ ਕਰਦੇ ਨੇ, ਅਕਸਰ ਅਸੀਂ ਗਲਤੀ ਕੀ ਕਰਦੇ ਹਾਂ, ਅੱਧਾ ਅਧੂਰਾ ਕੰਮ ਕਰਦੇ ਹਾਂ। ਹੁਣ ਨਿਊਮੀਨੇਟਰ ਦੇ ਵਿੱਚ ਸਾਡੇ ਕੋਲ x ਪਲੱਸ 1 ਸੀ, ਅਤੇ ਅਸੀਂ ਦੇਖਿਆ ਵੀ x ਦੀ ਪਾਵਰ 1 ਜਿਹੜੀ ਹੈ ਉਹ ਹਾਈਐਸਟ ਪਾਵਰ ਹੈ ਅਤੇ ਉਹਦਾ ਕੋਐਫੀਸ਼ੀਐਂਟ 1 ਹੈ, ਅਸੀਂ 1 ਲਿਖ ਲਿਆ। ਡਿਨੋਮੀਨੇਟਰ ਦੇ ਵਿੱਚ ਅਸੀਂ ਕੀ ਕਰਾਂਗੇ, ਅਸੀਂ ਦੇਖਾਂਗੇ ਵੀ ਇੱਥੇ x ਦੀ ਪਾਵਰ 1 ਹੈ, ਇਹਦਾ ਕੋਐਫੀਸ਼ੀਐਂਟ 1 ਹੈ, 1 ਲਿਖ ਦਾਂਗੇ, ਆਨਸਰ 1 ਕੱਢ ਦਾਂਗੇ, ਅਤੇ ਗਲਤ ਹੋ ਜਾਊਗਾ। ਰਾਜੇ ਜਿਹੜਾ ਆਪਣੇ ਕੋਲ ਟਰਮ ਹੈ ਇਹ ਵੀ ਤਾਂ ਨਾਲ ਹੈਗੀ ਹੈ, ਇਹਨੂੰ ਵੀ ਤਾਂ ਦੇਖਣਾ ਹੈ, ਇਹਦੇ ਵਿੱਚ ਵੀ ਤਾਂ ਆਪਣੇ ਕੋਲ ਕੋਐਫੀਸ਼ੀਐਂਟ ਜਿਹੜਾ ਹੈ ਉਹ ਵੀ ਆਊਗਾ ਹੀ ਐਕਸ ਦਾ। ਹੁਣ ਅਸੀਂ ਇੱਥੋਂ ਕੀ ਕਰਾਂਗੇ, ਇਹਨੂੰ ਮੈਂ ਸਾਈਡ 'ਤੇ ਲਿਖਦਾ ਸਕੇਅਰ ਰੂਟ ਆਫ ਐਕਸ ਸਕੇਅਰ ਪਲੱਸ ਐਕਸ ਪਲੱਸ 1। ਇੱਥੋਂ ਕੀ ਕਰਾਂਗੇ, ਅਸੀਂ ਐਕਸ ਸਕੇਅਰ ਕਾਮਨ ਕੱਢ ਲਾਂਗੇ, ਤਾਂ ਅੰਦਰ ਕੀ ਬਚੂ ਆਪਣੇ ਕੋਲ 1 ਪਲੱਸ 1 ਬਾਏ ਐਕਸ ਪਲੱਸ 1 ਬਾਏ ਐਕਸ ਸਕੇਅਰ। ਅਤੇ ਠੀਕ ਹੈ ਜੀ, ਆ ਇੰਨੀ ਗੱਲ ਕਰ ਰਿਹਾ ਇੰਨੀ ਟਰਮ ਦੀ, ਅਤੇ ਪਲੱਸ ਐਕਸ ਦੀ ਪਾਵਰ 1 ਉਹਦੀ ਕੋਐਫੀਸ਼ੀਐਂਟ 1 ਹੈਗਾ ਹੀ ਹੈਗਾ, ਤਾਂ ਆਪਣੇ ਕੋਲ ਇੱਥੇ ਐਕਸ ਦੀ ਪਾਵਰ 1 ਦਾ ਕੋਐਫੀਸ਼ੀਐਂਟ ਕਿੰਨਾ ਹੈ, 1, ਤਾਂ ਆਹ 1 ਵੀ ਤਾਂ ਨਾਲ ਲੱਗੂਗਾ ਅਤੇ ਵਿਚਾਲੇ ਦੋਨਾਂ ਦਾ ਕੀ ਹੈ, ਪਲੱਸ, ਤਾਂ ਆਨਸਰ ਆਊਗਾ ਆਪਣਾ 1/2 ਆਊਗਾ। ਹੁਣ ਤੁਸੀਂ ਇਹਨੂੰ ਸ਼ਾਰਟਕਟ ਨਾਲ ਵੀ ਕਰ ਸਕਦੇ ਹੋ, ਐਲ ਹੌਸਪੀਟਲ ਰੂਲ ਨਾਲ ਵੀ ਕਰ ਸਕਦੇ ਹੋ। ਇੱਕ ਮੈਥਡ ਹੋਰ ਹੈ ਜਿਹਦੇ ਨਾਲ ਮੈਂ ਤੁਹਾਨੂੰ ਕਹੂੰਗਾ ਤੁਸੀਂ ਕਰਨਾ ਹੈ, ਅਤੇ ਜੇ ਤੁਹਾਡਾ ਆਨਸਰ 1/2 ਆਇਆ ਤਾਂ ਕਮੈਂਟ ਦੇ ਵਿੱਚ ਰਾਜੇ ਥੰਬਸ ਅਪ ਜਿਹੜਾ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਓ, ਤਾਂ ਕਿ ਮੈਂ ਸਮਝ ਜੂੰਗਾ ਵੀ ਤੁਸੀਂ ਇੱਥੋਂ ਤੱਕ ਜਿਹੜਾ ਕੁਐਸਚਨ ਸੋਲਵ ਕੀਤੇ ਨੇ, ਮਿਹਨਤ ਕੀਤੀ ਹੈ। ਠੀਕ ਹੈ ਜੀ, ਥਰਡ ਮੈਥਡ ਕਿਹੜਾ ਸਾਡੇ ਕੋਲ, ਪਹਿਲਾ ਮੈਥਡ ਐਲ ਹੌਸਪੀਟਲ ਰੂਲ, ਦੂਜਾ ਸ਼ਾਰਟਕਟ। ਥਰਡ ਮੈਥਡ ਕੀ ਹੈ, ਥਰਡ ਮੈਥਡ ਉਹ ਹੈ ਜੋ ਸਟੈਂਡਰਡ ਪ੍ਰੋਸੀਜਰ ਸੀ। ਸਟੈਂਡਰਡ ਪ੍ਰੋਸੀਜਰ ਕੀ ਕਹਿੰਦਾ ਸੀਗਾ ਕਿ ਜਿਹੜੀ ਆਪਣੀ ਡਿਗਰੀ ਹੈ ਨਾ, ਡਿਗਰੀ ਹਾਈਐਸਟ ਡਿਗਰੀ ਹੈ ਜਾਂ ਹਾਈਐਸਟ ਪਾਵਰ ਹੈ ਐਕਸ ਦੀ, ਉਹਦੇ ਨਾਲ ਉਹ ਨਿਊਮੀਨੇਟਰ ਅਤੇ ਡਿਨੋਮੀਨੇਟਰ ਨੂੰ ਡਿਵਾਈਡ ਕਰ ਦੇਣਾ। ਕਹਿਣ ਦਾ ਮਤਲਬ ਹੈ ਨਿਊਮੀਨੇਟਰ ਅਤੇ ਡਿਨੋਮੀਨੇਟਰ ਨੂੰ ਐਕਸ ਨਾਲ ਡਿਵਾਈਡ ਕਰਾਂਗੇ ਇਸ ਕੇਸ ਦੇ ਵਿੱਚ, ਅਗਰ ਸਟੈਂਡਰਡ ਪ੍ਰੋਸੀਜਰ ਦੀ ਗੱਲ ਕਰੀਏ। SP ਥਰਡ ਆਪਣਾ ਪ੍ਰੋਸੈਸ, ਇਹਦੇ ਨਾਲ ਸਟੈਂਡਰਡ ਪ੍ਰੋਸੀਜਰ ਦੇ ਨਾਲ ਆਹ ਕੁਐਸਚਨ ਨੂੰ ਸੋਲਵ ਕਰਕੇ ਦੇਖਿਓ। ਜੇ ਤੁਹਾਡਾ ਆਨਸਰ 1/2 ਆਇਆ ਤਾਂ ਤੁਸੀਂ ਦੇਖ ਲਓ 3 ਤਰੀਕਿਆਂ ਦੇ ਨਾਲ ਤੁਸੀਂ ਇੱਕ ਕੁਐਸਚਨ ਨੂੰ ਸੋਲਵ ਕਰ ਸਕੋਗੇ। ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹੀ ਮੈਥਡ ਜਿਹੜਾ ਅਡੋਪਟ ਕਰਿਓ, ਉਸੇ ਮੈਥਡ ਦੇ ਨਾਲ ਕੁਐਸਚਨ ਸੋਲਵ ਕਰਿਓ। ਤਾਂ ਰਾਜੇ ਇਹ ਸੀ ਅੱਜ ਦਾ ਲੈਕਚਰ। ਨੈਕਸਟ ਲੈਕਚਰ ਦੇ ਵਿੱਚ ਅਸੀਂ MCQs ਕਰਾਂਗੇ, ਜਿੰਨੇ ਵੀ MCQs ਨੇ ਇੰਪੋਰਟੈਂਟ, ਜਿੰਨੇ ਵੀ ਸ਼ਾਰਟਕਟਸ ਨੇ, ਜਿੰਨੀਆਂ ਵੀ ਥਿਊਰਮਸ ਨੇ, ਜਿੰਨੀਆਂ 1 ਲਾਈਨਰ ਸਾਡੀਆਂ ਸਟੇਟਮੈਂਟਸ ਨੇ, ਜਿਹੜੀਆਂ ਕੁਐਸਚਨ ਡਾਇਰੈਕਟ ਸੋਲਵ ਕਰਦੀਆਂ ਨੇ। ਈਵਨ ਟ੍ਰਿਗਨੋਮੈਟਰੀ ਦੇ ਬਹੁਤ ਸਾਰੇ ਕੁਐਸਚਨ ਆਉਂਦੇ ਨੇ ਲਿਮਿਟ ਦੇ ਵਿੱਚ, ਅਗਰ ਤੁਸੀਂ ਪੇਪਰ ਦੇ ਵਿੱਚ ਦੇਖੋ ਤਾਂ ਟ੍ਰਿਗਨੋਮੈਟਰੀ ਦਾ ਕੁਐਸਚਨ ਟਾਰਗੇਟ ਕੀਤਾ ਜਾਂਦਾ। ਉਹਦੇ ਨਾਲ ਦੋ ਚੀਜ਼ਾਂ ਚੈੱਕ ਹੋ ਜਾਂਦੀਆਂ, ਐਗਜ਼ਾਮੀਨਰ ਚੈੱਕ ਕਰਦਾ ਵੀ ਆਪਾਂ ਨੂੰ ਟ੍ਰਿਗਨੋਮੈਟਰੀ ਆਉਂਦੀ ਹੈ, ਉਹਦੇ ਫਾਰਮੂਲੇ ਆਉਂਦੇ ਆ, ਫਿਰ ਐਗਜ਼ਾਮੀਨਰ ਇਹ ਵੀ ਚੈੱਕ ਕਰ ਲੈਂਦਾ ਵੀ ਸਾਨੂੰ ਲਿਮਿਟ ਵੀ ਆਉਂਦੀ ਹੈ, ਤਾਂ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਐਗਜ਼ਾਮੀਨਰ ਕਰ ਲੈਂਦਾ। ਇਸੇ ਕਰਕੇ ਜ਼ਿਆਦਾ ਕੁਐਸਚਨ ਲਿਮਿਟ ਦੇ ਟ੍ਰਿਗਨੋਮੈਟਰੀ ਵਾਲੇ ਆਉਂਦੇ ਨੇ। ਤਾਂ ਟ੍ਰਿਗਨੋਮੈਟਰੀ ਵਾਲੇ ਕੁਐਸਚਨ, ਔਰ ਇੱਕ ਬੱਚੇ ਨੇ ਮੈਨੂੰ 2 ਡਾਊਟਸ ਪੁੱਛੇ ਸੀਗੇ ਕਿ ਗ੍ਰੇਟੈਸਟ ਇੰਟੀਜਰ ਆਫ ਸਾਈਨ ਐਕਸ, ਗ੍ਰੇਟਰ ਇੰਟੀਜਰ ਆਫ ਕਾਸ ਐਕਸ, ਉਹ ਕੁਐਸਚਨ ਵੀ ਮੈਂ ਜਿਹੜਾ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਵਾ ਦੂੰਗਾ। ਅਤੇ ਇੱਕ ਸਰਪ੍ਰਾਈਜ਼ ਹੈ ਤੁਹਾਡੇ ਲਈ, ਬਹੁਤ ਹੀ ਜਲਦੀ ਲਾਈਵ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਕੋਸ਼ਿਸ਼ ਕਰੂੰਗਾ ਕਿ ਡੇਲੀ, ਮੈਂ ਕਹਿ ਰਿਹਾ ਡੇਲੀ ਲਾਈਵ ਹੋ ਕੇ ਤੁਹਾਨੂੰ ਸਿਰਫ MCQs ਕਰਾਏ ਜਾਣ।
ਹਰ ਰੋਜ਼ ਜਿਵੇਂ ਅਸੀਂ ਕੰਪਲੈਕਸ ਨੰਬਰ ਤੋਂ ਸ਼ੁਰੂ ਕਰਾਂਗੇ। ਇਹ ਜਿਹੜੇ ਸਾਡੇ ਚੈਪਟਰ ਦਾ ਜਿਹੜਾ ਕੰਸੈਪਟ ਦਾ ਵਰਕ ਹੈ ਇਹ ਤਾਂ ਚੱਲਦਾ ਹੀ ਰਹੂਗਾ, ਪਰ ਮੈਂ ਡੇਲੀ ਲਾਈਵ ਕਲਾਸ ਦੇ ਵਿੱਚ ਇੱਕ ਜ਼ਰੂਰੀ ਅਨਾਊਂਸਮੈਂਟ ਹੈ ਤੁਹਾਡੇ ਲਈ। ਡੇਲੀ ਲਾਈਵ ਕਲਾਸ ਦੇ ਵਿੱਚ ਰਾਜੇ ਮੈਂ ਤੁਹਾਨੂੰ ਕੁਐਸਚਨ ਕਰਵਾਇਆ ਕਰੂ, MCQs ਕਰਵਾਇਆ ਕਰੂੰਗਾ ਚੈਪਟਰ ਵਾਈਜ਼। ਜਿਵੇਂ ਆਪਾਂ ਪਹਿਲਾ ਲੈਕਚਰ ਲਾਵਾਂਗੇ ਜਦੋਂ ਲਾਈਵ, ਫਿਰ ਆਪਾਂ ਉਦੋਂ ਕੰਪਲੈਕਸ ਨੰਬਰ ਦੇ ਕਰਾਂਗੇ। ਨੈਕਸਟ ਡੇ ਅਸੀਂ ਕੰਪਲੈਕਸ ਨੰਬਰ ਦਾ ਹੋ ਸਕਦਾ ਥੋੜ੍ਹੇ ਬਹੁਤ ਕੁਐਸਚਨ ਹੋਰ ਐਡ ਅਪ ਕਰ ਲਈਏ। ਤਾਂ ਇੱਦਾਂ ਡੇਲੀ ਜਿਹੜੀ ਲਾਈਵ ਕਲਾਸ ਲਾਉਣੀ ਸ਼ੁਰੂ ਕਰ ਦੂੰਗਾ ਬਹੁਤ ਹੀ ਜਲਦੀ। ਤਾਂ ਤੁਸੀਂ ਜਿਹੜਾ ਹੈ ਰਾਜੇ ਤਿਆਰੀ ਕਰਦੇ ਰਹੋ, ਪੜ੍ਹਦੇ ਰਹੋ। ਪੇਪਰ ਕਦੋਂ ਵੀ ਆ ਸਕਦਾ ਹੈ, ਕੋਈ ਭਰੋਸਾ ਨਹੀਂ ਹੈ। ਤਾਂ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਮੁਕੰਮਲ ਰੱਖੋ, ਮਿਹਨਤ ਕਰੋ। ਧੰਨਵਾਦ।